ठीक है। अज का जो टॉपिक हैगा वा, द टॉपिक नेम इज सोर्स ऑफ लॉ। ठीक है, सोर्स ऑफ लॉ का मतलब हैगा कानून दे सोमे, मतलब जेड़ा साडा कानून हैगा वा यह कित्थों कित्थों लिया गया वा, इहदे सोमे केड़े केड़े ने। ठीक है, मतलब जे मैं कहां कानून यानी कि लॉ किद्दां बनिया वा ते मैनू किद्दां पता लगूगा कि केड़ियां केड़ियां चीजां विच ऐड करन दे नाल जेड़ा लॉ हैगा वा वो बनना स्टार्ट हो गया। ठीक है, जिद्दां फॉर एग्जाम्पल दे तौर ते सब तो पहला हैगा वा कस्टम। कस्टम का मतलब हैगा वा कि रीति रिवाज। हुण तुसीं सोच के चलो, मैं बोलूंगी कि कस्टम दे नाल जेड़ा हैगा वा हौली हौली लॉ बनना स्टार्ट होया। कस्टम दे नाल लॉ किद्दां बनना स्टार्ट होया, क्योंकि शुरू दे विच ना रीति रिवाज चलदे सी। ਇਹ ਰੀਤੀ ਰਿਵਾਜ ਜਿਹੜੇ ਕਸਟਮ ਸੀਗੇ ਹੌਲੀ ਹੌਲੀ ਡੇ ਬਾय ਡੇ मतलब रेगुलर यूज होने स्टार्ट हो गए। जिदा मान लो कि ਅੱਜ ਵਿਆਹ ਹੋਇਆ ਕਿਸੇ ਦਾ, ठीक है, तो कस्टम की है कि उसनों माइया लगना हैगा वा। ठीक है, हुण बैंगल सैरेमनी कुछ नवा टाइप दा चल पिया हैगा वा, तो वो होनी है। ये की हैगा, बैंगल सैरेमनी कोई इदां दी कोई रस्म नहीं सी ना, कदे इदां दी कोई चीज करवाई सीगी, बट हुण मैरिज तो पहला हर एक मतलब जो लड़की दा विआह हुंदा है ये वो करदी है, मोस्टली कर लैंदियां ने लड़कियां। इहदा मतलब की है, ਇਹ ਜਿਹੜਾ ਕਸਟਮ ਹੈ ਨਾ, ਜਦੋਂ ਡੇ ਬਾय ਡੇ ਹਮੇਸ਼ਾ ਹਰ ਇੱਕ ਥਾਂ ਤੇ ਬਾਰ-ਬਾਰ ਹੋਣਾ ਸਟਾਰਟ ਹੋ ਜਾਂਦਾ ਨਾ, ਇੱਕ ਕਿਸਮ ਦਾ ਲਾਅ ਬਣ ਜਾਂਦਾ ਵਾ। ਚਾਹੇ ਨਾਰਮਲ ਲਾਅ ਕਹਿ ਲਓ ਕਿ ਹਾਂ ਵੀ ਡੇ ਬਾय ਦੇ ਲਈ ਯੂਜ਼ ਹੋ ਰਿਹਾ ਸੀਗਾ ਕਿ ਹਾਂ ਫਲਾਣੇ ਨੇ ਆਪਣੀ ਮੈਰਿਜ ਤੇ ਕੀਤਾ, ਦੂਜੇ ਨੇ ਕਰ ਲਿਆ, ਤੀਜੇ ਨੇ ਕਰ ਲਿਆ। ਜਦੋਂ ਚੀਜ਼ਾਂ ਬਾਰ-ਬਾਰ ਰਿਪੀਟ ਹੁੰਦੀਆਂ ਨੇ ਨਾ, ਇਹ ਲਾਅ ਬਣ ਜਾਂਦਾ ਇੱਕ ਕਿਸਮ ਦਾ ਕਿ ਉਹਨੇ ਵੀ ਕੀਤਾ ਸੀ, ਤੁਸੀਂ ਵੀ ਕਰੋ। ਠੀਕ ਹੈ, ਇਸ ਤਰ੍ਹਾਂ ਦੀਆਂ ਕੁਝ ਚੀਜ਼ਾਂ ਕਹਿੰਦੇ ਇਹ ਅਸੀਂ ਕਹਿ ਦੋ ਕਿ ਬਾਰ-ਬਾਰ ਜਦੋਂ ਚੀਜ਼ਾਂ ਦਾ ਉਪਯੋਗ ਹੋਣਾ ਸਟਾਰਟ ਹੋ ਜਾਂਦਾ ਵਾ, ਇਹ ਸਾਡੀ ਨੀਡ ਬਣ ਜਾਂਦੀ ਹੈ, ਸਾਡੀ ਜ਼ਰੂਰਤ ਬਣ ਜਾਂਦੀ ਹੈ, ਅਸੀਂ ਇਹਨੂੰ ਫੋਲੋ ਕਰਨਾ ਸਟਾਰਟ ਕਰ ਦਿੰਨੇ ਹੈਗੇ ਆ। ਹੁਣ ਜਿੱਦਾਂ ਹੈਗਾ ਵਿਆਹ ਦੇ ਮੌਕੇ ਤੇ, ਸ਼ਾਦੀ ਦੇ ਮੌਕੇ ਤੇ, ਤਲਾਕ ਦੇ ਮੌਕੇ ਦੇ ਉੱਤੇ ਜਿਹੜੇ ਰੀਤੀ ਰਿਵਾਜ ਪਿੱਛੇ ਤੋਂ ਚੱਲੇ ਆ ਰਹੇ ਆ, ਕੰਟੀਨਿਊਸਲੀ ਉਹੀ ਹੁੰਦੇ ਰਹਿਣਗੇ। ਠੀਕ ਹੈ, ਚਾਹੇ ਪੁਰਾਣੇ ਟਾਈਮ ਪੀਰੀਅਡ ਦੇ ਵਿੱਚ ਕਹਿ ਲਓ ਕਿ ਕੋਈ ਵੀ ਇਸ ਤਰ੍ਹਾਂ ਦਾ ਲਾਅ ਨਹੀਂ ਸੀਗਾ ਬਣਿਆ ਹੋਇਆ। ठीक है, मतलब कुछ रीति रिवाज सी जिन्हां दे अकॉर्डिंग सिस्टम चलदा सी। ਇਹ ਜਿਹੜੇ ਰੀਤੀ ਰਿਵਾਜ ਸੀ, ਜਿਹੜੇ ਕਸਟਮ ਸੀਗੇ, ਨੈਕਸਟ ਉਹਨਾਂ ਦੇ ਅਕੋਰਡਿੰਗ ਹੀ ਜਿਹੜਾ ਸਾਡਾ ਹੈਗਾ ਵਾ ਸਿਸਟਮ ਬਣਨਾ ਸਟਾਰਟ ਹੋ ਗਿਆ ਸੀ। ਠੀਕ ਹੈ, ਸੋ ਅਸੀਂ ਕਵਾਂਗੇ ਇੱਕ ਰੀਤੀ ਰਿਵਾਜ ਵੀ ਇਦਾਂ ਦੀ ਚੀਜ਼ ਹੈਗੀ ਆ ਜਿਹੜੀ ਕਿ ਸਾਡੇ मतलब ਲਾ ਨੂੰ ਬਣਾਉਂਦੀ ਹੈਗੀ ਆ। ਠੀਕ ਹੈ, ਕਹਿੰਦੇ ਅੱਜ ਦੇ ਟਾਈਮ ਦੇ ਜਿਹੜੇ ਰੀਤੀ ਰਿਵਾਜ ਨੇ ਨਾ, ਹੌਲੀ ਹੌਲੀ ਅਦਾਲਤਾਂ ਨੇ ਵੀ ਇਹਨਾਂ ਨੂੰ ਮੰਨਣਾ ਸਟਾਰਟ ਕਰ ਦਿੱਤਾ ਸੀ। ਅਦਾਲਤਾਂ ਨੇ ਕਿੱਦਾਂ, ਹੁਣ ਜਿੱਦਾਂ ਮੰਨ ਲਓ ਕੋਈ ਨਵਾਂ ਰੀਤੀ ਰਿਵਾਜ ਹੈਗਾ ਵਾ, ਠੀਕ ਹੈ, ਅਦਾਲਤਾਂ ਜਿਹੜੀਆਂ ਹੁੰਦੀਆਂ ਨੇ ਨਾ, ਜਿਹਨੂੰ ਅਸੀਂ ਕੋਰਟ ਬੋਲ ਦਿੰਦੇ ਆ, ਕੋਰਟ ਕਦੇ ਵੀ ਤੁਹਾਡੇ ਰੀਤੀ ਰਿਵਾਜ ਦੇ ਅਗੇਂਸਟ ਨਹੀਂ ਜਾਏਗੀ। ਇਹ ਚੀਜ਼ ਨੂੰ ਲਿਖਵਾ ਲਓ। ਠੀਕ ਹੈ, क्यों नहीं जाएगी कोर्ट? कोर्ट कदे भी तुहाडे रीति रिवाज दे अगेंस्ट नहीं जाएगी, बिकॉज कोर्ट नूं ये चीज पता हुंदी है कि जे मैं ह्यूमन बीइंग दे रीति रिवाज दे विच ऐड होण दी कोशिश कीती या मैं ह्यूमन बीइंग दे रीति रिवाज नूं हार्म करन दी कोशिश कीती, मतलब कि नुकसान पहुंचाउण दी कोशिश कीती, तां जिहड़े लोग हैगे ने मेरे अगेंस्ट हो जाणगे। ठीक है, ਅੱਜ ਜਿਹੜਾ ਰੂਲ ਬਣਦਾ ਵੀ ਹੈ ਨਾ, ਸਭ ਤੋਂ ਪਹਿਲਾਂ ਦੇਖਿਆ ਜਾਂਦਾ ਹੈ ਕਿ ਇਹ ਰੂਲ ਤਾਂ ਬਣਾ ਲਿਆ ਗਿਆ ਵਾ, ਕਿਤੇ ਇਹ ਰੂਲ ਹਿਊਮਨ ਬੀਇੰਗ ਦੇ ਕਿਸੇ ਵੀ ਰੀਤੀ ਰਿਵਾਜ ਦੇ ਅਗੇਂਸਟ ਤਾਂ ਨਹੀਂ ਬਣਿਆ ਹੋਇਆ। ਸੋ ਪਹਿਲਾਂ ਦੇਖਿਆ ਜਾਂਦਾ ਵਾ। ਜਦੋਂ ਆਪਾਂ ਕੁਐਸਚਨ ਕਰਨਾ ਨਾ ਕਿ ਸੋਰਸ ਆਫ ਲਾ, ਕਿ ਕਾਨੂੰਨ ਦੇ ਸੋਮੇ ਕਿਹੜੇ ਆ, ਕਾਨੂੰਨ ਕਿੰਨਾ ਕਿੰਨਾ ਤੋਂ ਬਣਦਾ, ਤੇ ਤੁਸੀਂ ਸਭ ਤੋਂ ਪਹਿਲਾਂ ਲਿਖਣਾ ਕਾਨੂੰਨ ਕਸਟਮ ਤੋਂ ਵੀ ਬਣਦਾ ਹੈ। ਕਸਟਮ ਮਤਲਬ ਰੀਤੀ ਰਿਵਾਜ, ਜਿਹੜੀਆਂ ਚੀਜ਼ਾਂ ਬਾਰ-ਬਾਰ ਹੋਣੀਆਂ ਸਟਾਰਟ ਹੋ ਜਾਂਦੀਆਂ ਹੈਗੀਆਂ ਨੇ ਨਾ, ਜਿਹੜੇ ਕਸਟਮ ਬਾਰ-ਬਾਰ ਦੁਹਰਾਏ ਜਾਂਦੇ ਆ, ਉਹ ਇੱਕ ਕਿਸਮ ਦਾ ਲਾ ਬਣ ਜਾਂਦਾ ਵਾ। ਤੇ ਕੋਰਟ ਵੀ ਕਦੇ ਤੁਹਾਡੇ ਇਸ ਲਾ ਦੇ ਅਗੇਂਸਟ ਕੋਈ ਵੀ ਜਿਹੜਾ ਹੈਗਾ ਕਾਨੂੰਨ ਯਾਨੀ ਕਿ ਕੋਈ ਵੀ ਲਾ ਜਿਹੜਾ ਹੈਗਾ ਵਾ ਉਹ ਨਹੀਂ ਬਣਾਏਗੀ। ਇਸ ਚੀਜ਼ हमेशा याद रखना है। ठीक है, दूसरा हैगा तुहाडा रिलीजन। कहंदे धर्म भी जिहड़ा हैगा वा कानून दा ही सोमा वा, मतलब कानून यानी कि ला दा ही एक सोर्स हैगा धर्म। ਕਹਿੰਦੇ ਧਰਮ ਜਿਹੜਾ ਹੈਗਾ ਵਾ, ਕਹਿੰਦੇ ਅਸੀਂ ਦੇਖਦੇ ਆ ਕਿ ਲਾ ਹੋ ਗਏ, ਕਸਟਮ ਹੋ ਗਏ ਜਾਂ ਰਿਲੀਜਨ ਹੋ ਗਿਆ, ਕਹਿੰਦੇ ਇਹਨਾਂ ਦੇ ਵਿੱਚ ਕੋਈ ਅੰਤਰ ਨਹੀਂ ਹੈਗਾ ਕੁਝ ਖਾਸ। ਕਹਿੰਦੇ ਸਾਰੇ ਲਾ ਬਣਾਉਣ ਦੇ ਕੰਮ ਆਉਂਦੇ ਹੈਗੇ ਆ। ਕਹਿੰਦੇ ਪੁਰਾਣੇ ਟਾਈਮ ਪੀਰੀਅਡ ਦੇ ਵਿੱਚ ਲਾ ਕਿੱਦਾਂ ਬਣਦੇ ਸੀ, ਪੁਰਾਣੇ ਟਾਈਮ ਪੀਰੀਅਡ ਦੇ ਵਿੱਚ ਬੋਲਿਆ ਜਾਂਦਾ ਸੀ ਆ ਕਿੰਗ ਜਿਹੜਾ ਹੈਗਾ ਵਾ ਗੋਡ ਦੇ ਵੱਲੋਂ ਆਇਆ ਵਾ, ਤੇ ਗੋਡ ਨੇ ਇਹਨੂੰ ਕੁਝ ਪਾਵਰ ਦਿੱਤੀਆਂ ਨੇ, ਜਿਹਦੇ ਕਰਕੇ ਤੁਹਾਡੇ ਤੇ ਕੋਈ ਵੀ ਰੂਲ ਜਦੋਂ ਬਣਾਏਗਾ ਤੁਸੀਂ ਲੋਕਾਂ ਨੇ ਇਹੀ ਸਮਝਣਾ ਵਾ ਕਿ ਪਰਮਾਤਮਾ ਦੇ ਪਰਸਨ ਨੇ, ਯਾਨੀ ਕਿ ਗੋਡ ਵੱਲੋਂ ਭੇਜਿਆ ਹੋਇਆ ਇਹ ਪਰਸਨ ਆ ਜਿਹੜਾ ਤੁਹਾਡੇ ਤੇ ਰੂਲ ਬਣਾਏਗਾ, ਤੇ ਇਹਦੇ ਰੂਲ ਨੂੰ ਤੁਹਾਨੂੰ ਮੰਨਣਾ ਹੀ ਪਏਗਾ। ਜੇ ਤੁਸੀਂ ਰੂਲ ਨੂੰ ਨਾ ਮੰਨਿਆ ਦੈਨ ਤੁਹਾਨੂੰ ਪਨਿਸ਼ ਕੀਤਾ ਜਾਏਗਾ। ਇਹਦਾ ਮਤਲਬ ਸਮਝ ਰਹੇ ਹੋ ਨਾ ਕਿ ਰਿਲੀਜੀਅਸ ਬੇਸਿਸ ਦੇ ਉੱਤੇ ਲਾ ਬਣਾਇਆ ਗਿਆ ਵਾ।
ਯਾਨੀ ਕਿ ਅਸੀਂ ਧਰਮ ਦੇ ਆਧਾਰ ਤੇ ਵੀ ਕਾਨੂੰਨਾਂ ਨੂੰ ਬਣਾਉਂਦੇ ਹੈਗੇ ਆ, ਜਿਹਦਾ ਕਿ ਹਿਊਮਨ ਬੀਇੰਗ ਦੀ ਲਾਈਫ ਦੇ ਵਿੱਚ ਇੱਕ ਡੀਪ ਇਫੈਕਟ ਪੈਂਦਾ ਹੈਗਾ, ਡੂੰਘਾ ਇਫੈਕਟ ਪੈਂਦਾ ਹੈਗਾ, ਜਿਹੜੇ ਸਾਡੇ ਮਤਲਬ ਜਿਹੜਾ ਸਾਡਾ ਲਾਈਫ ਸਟਾਈਲ ਆ ਉਹਨੂੰ ਕਾਫੀ ਜ਼ਿਆਦਾ ਇਨਫਲੂਐਂਸ ਕਰਦਾ ਹੈਗਾ ਵਾ। ਤੁਸੀਂ ਦੇਖੋ, ਮੈਂ ਤੁਹਾਨੂੰ ਸ਼ਾਇਦ ਇੱਕ ਵਾਰੀ ਪਹਿਲਾਂ ਵੀ ਕਿਹਾ ਸੀ, ਅਸੀਂ ਧਰਮ ਨੂੰ ਸਿਰਫ ਡਰ ਦੇ ਕਰਕੇ ਮੰਨਦੇ ਹਾਂ, ਹੋਰ ਕੋਈ ਚੀਜ਼ ਨਹੀਂ ਹੈ। ਨਾ ਅਸੀਂ ਪਰਮਾਤਮਾ ਦੇਖਿਆ ਵਾ, ਨਾ ਇਨ ਫਿਊਚਰ ਦੇ ਵਿੱਚ ਅਸੀਂ ਇੰਨੇ ਚੰਗੇ ਇਨਸਾਨ ਹੈ ਹੀ ਨਹੀਂ ਹੈ ਕਿ ਅਸੀਂ ਪਰਮਾਤਮਾ ਦੇਖ ਸਕੀਏ। ਠੀਕ ਹੈ। ਅੱਛਾ, ਕਿਸੇ ਨੇ ਵਰਿੰਦਾਵਨ ਦੇ ਬਾਰੇ ਵਿੱਚ ਕੁਝ ਸੁਣਿਆ ਹੋਵੇ ਜਾਂ ਵਰਿੰਦਾਵਨ ਕਿਸੇ ਨੇ ਦੇਖਿਆ ਹੋਵੇ? ਹੈਗਾ ਕੋਈ ਇਦਾਂ ਦਾ ਸਟੂਡੈਂਟ ਜਿਹਨੇ ਵਰਿੰਦਾਵਨ ਦੇਖਿਆ ਹੋਵੇ ਜਾਂ ਵਰਿੰਦਾਵਨ ਬਾਰੇ ਕੁਝ ਸੁਣਿਆ ਹੋਵੇ? ਕ੍ਰਿਸ਼ਨ ਜੀ ਦੀ ਨਗਰੀ ਹੈ ਵਰਿੰਦਾਵਨ। अच्छा, कुछ होवे। हम्म। ਹਾਂਜੀ ਹਾਂਜੀ, ਚਲੋ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਸਟੋਰੀ ਦੱਸਦੀ ਹਾਂ। ਅਸੀਂ ਕਹਿੰਦੇ ਆ ਕਿ ਅਸੀਂ ਪਰਮਾਤਮਾ ਨਹੀਂ ਦੇਖਿਆ ਲੇਕਿਨ ਉਹ ਚ ਬਿਲੀਵ ਕਰਦੇ ਆ, ਹੈਨਾ। ਤੋ ਵਰਿੰਦਾਵਨ ਇੱਕ ਏਦਾਂ ਦੀ ਜਗ੍ਹਾ ਹੈਗੀ ਆ ਜਿੱਥੇ ਜਿਹੜੇ ਟਰੀਜ਼ ਲੱਗੇ ਹੋਏ ਨੇ ਨਾ ਉਹ ਸਾਰੇ ਝੁਕੇ ਹੋਏ ਨੇ। ਝੁਕੇ ਹੋਏ ਕਿਉਂ ਨੇ? ਮਤਲਬ ਤੁਸੀਂ ਦੇਖੋ ਉੱਥੇ ਕੋਈ ਵੀ ਟਰੀ, ਮਤਲਬ ਇੱਕ ਅੱਧਾ ਵੀ ਜਿਹੜਾ ਟਰੀ ਹੈਗਾ ਨਾ ਵਰਿੰਦਾਵਨ ਦੀ ਨਗਰੀ ਦੇ ਵਿੱਚ ਜਿੱਥੇ ਉਹ ਰਹਿੰਦੇ ਸੀਗੇ, ਤੇ ਉੱਥੇ ਕੋਈ ਵੀ ਟਰੀ ਨਾ ਸਿੱਧਾ ਨਹੀਂ ਖੜਿਆ ਹੋਇਆ, ਸਾਰੇ ਹੀ ਝੁਕੇ ਹੋਏ ਨੇ। ਕਿਉਂ ਝੁਕੇ ਹੋਏ ਨੇ? ਕਿਉਂਕਿ ਉੱਥੇ ਟਰੀਜ਼ ਜਿਹੜੇ ਹੈਗੇ ਨੇ ਉਹ ਕੋਈ ਟਰੀ ਨਹੀਂ ਹੈਗਾ, ਉਹ ਸਾਰੀਆਂ ਦੀਆਂ ਸਾਰੀਆਂ ਗੋਪੀਆਂ ਨੇ, ਤੇ ਉਹ ਕ੍ਰਿਸ਼ਨ ਜੀ ਦੇ ਕਹਿ ਲੋ ਕਿ ਰਿਸਪੈਕਟ ਦੇ ਲਈ ਝੁਕੀਆਂ ਹੋਈਆਂ ਨੇ। ਕਿਹਾ ਜਾਂਦਾ ਹੈ ਕਿ ਉੱਥੇ ਕ੍ਰਿਸ਼ਨ ਜੀ ਨੂੰ ਤੇ ਰਾਧਾ ਜੀ ਦੇ ਲਈ ਨਾ ਹਰ ਰੋਜ਼ ਸ਼ਿੰਗਾਰ ਦਾ ਸਮਾਨ ਰੱਖਿਆ ਜਾਂਦਾ ਵਾ, ਤੇ ਉਹ ਦਰਵਾਜ਼ੇ ਨੂੰ ਬੰਦ ਕਰ ਦਿੱਤਾ ਜਾਂਦਾ ਹੈ। ਤੇ ਜਿੱਦਾਂ ਹੀ ਦਰਵਾਜ਼ਾ ਦੁਬਾਰਾ ਓਪਨ ਕੀਤਾ ਜਾਂਦਾ ਹੈਗਾ ਵਾ, ਆਫਟਰ ਕੁਝ ਟਾਈਮ ਬਾਅਦ ਜਦੋਂ ਹੀ ਦਰਵਾਜ਼ਾ ਓਪਨ ਕੀਤਾ ਜਾਂਦਾ, ਉਹ ਸਾਰੀਆਂ ਚੀਜ਼ਾਂ ਖਿਲਰੀਆਂ ਹੋਈਆਂ ਤੇ ਸ਼ਿੰਗਾਰ ਕੀਤਾ ਹੋਇਆ ਮਿਲਦਾ ਵਾ। ਕਿਹਾ ਜਾਂਦਾ ਹੈ ਵਰਿੰਦਾਵਨ ਦੀ ਨਗਰੀ ਦੇ ਵਿੱਚ ਜਿਹੜੇ ਚੋਰ ਵਗੈਰਾ ਹੈਗੇ ਨੇ ਉਹਨਾਂ ਦਾ ਬਹੁਤ ਸਤਿਕਾਰ ਕੀਤਾ ਜਾਂਦਾ, ਕਿਉਂਕਿ ਕ੍ਰਿਸ਼ਨ ਜੀ ਖੁਦ ਮਾਖਣ ਚੋਰ ਸੀ। ਇਹ ਸਾਰਾ ਕੀ ਦਿਖਾ, ਇਹ ਗੱਲ ਸੀ। ਮਤਲਬ ਮੈਨੂੰ ਮਤਲਬ ਕੁਝ ਚੀਜ਼ਾਂ ਕਹ ਲੋ ਕਿ ਡਿਸਕਵਰੀ ਕਰਨ ਦੀ ਅੱਛਾ ਲੱਗਦਾ ਹੈਗਾ, ਕਹ ਲੋ ਕਿ ਪੜ੍ਹਨਾ ਸੁਣਨਾ ਅੱਛਾ ਲੱਗਦਾ। ਮੈਂ ਨਹੀਂ ਡਿਸਕਵਰੀ ਕੀਤੀ, ਬਟ ਜਿਨ੍ਹਾਂ ਨੇ ਕੀਤੀ ਹੈਗੀ ਮੈਂ ਉਹਨਾਂ ਦੇ ਥਾਟਸ ਪੜ੍ਹੇ ਨੇ ਇਹ ਸਾਰੇ। ਤੇ ਵੈਸੇ ਵੀ ਮੇਰੇ ਜਿਹੜੇ ਟੀਚਰਸ ਹੈਗੇ ਆ, ਮੇਰੇ ਕੁਲੀਗ ਹੈਗੇ ਆ, ਮੋਸਟਲੀ ਉਹ ਵੀ ਕ੍ਰਿਸ਼ਨ ਜੀ ਦੇ ਬਹੁਤ ਵੱਡੇ ਭਗਤ ਹੈਗੇ ਆ ਕੋਈ ਨਾ ਕੋਈ, ਤੇ ਉਹ ਕੁਝ ਨਾ ਕੁਝ ਮੈਨੂੰ ਦੱਸਦੇ ਰਹਿੰਦੇ ਆ। ਤਾਂ ਮੈਨੂੰ ਅੱਛਾ ਲੱਗਦਾ ਇਹ ਚੀਜ਼ਾਂ ਸੁਣਨੀਆਂ, ਤਾਂ ਮੈਂ ਉਹਨਾਂ ਦੇ ਕੋਲੇ ਇਹ ਚੀਜ਼ਾਂ ਸੁਣੀਆਂ ਹੋਈਆਂ ਨੇ। ਤੁਸੀਂ ਨੈਟ ਤੇ ਸਰਚ ਮਾਰ ਕੇ ਵੀ ਦੇਖ ਸਕਦੇ ਹੋ ਈਜ਼ੀਲੀ ਵੇ ਦੇ ਨਾਲ, ਉੱਥੇ ਲਿਖਿਆ ਹੀ ਪਿਆ ਹੈਗਾ ਵਾ ਕਿ ਵਰਿੰਦਾਵਨ ਦੇ ਵਿੱਚ ਜਿੰਨੇ ਵੀ ਦਰਖਤ ਨੇ ਉਹਨਾਂ ਦੀਆਂ ਗੋਪੀਆਂ ਨੇ ਤੇ ਝੁਕੇ ਹੋਏ ਨੇ ਸਾਰੇ ਦੇ ਸਾਰੇ। ਠੀਕ ਹੈ। ਕਿਹਾ ਜਾਂਦਾ ਹੈ ਕਿ ਨਹੀਂ ਨਹੀਂ, ਸਾਇੰਟਿਫਿਕਲੀ ਤਾਂ ਤੁਸੀਂ ਜਾਓ ਹੀ ਨਾ, ਸਾਇੰਟਿਫਿਕਲੀ ਜਾਣ ਲੱਗੇ ਤਾਂ ਪਰਮਾਤਮਾ ਦਾ ਵਜੂਦ ਹੀ ਖਤਮ ਹੋ ਜਾਏਗਾ। ਉਹ ਤਾਂ ਪਰਮਾਤਮਾ ਨੂੰ ਵੈਸੇ ਵੀ ਮੰਨਦੀ ਨਹੀਂ ਰਾਜੀ, ਹੈ ਨਾ। ਹਾਂ, ਉਹਨਾਂ ਦੇ ਵਜੂਦ ਦੇ ਵਿੱਚ ਨਾ ਜਾਓ। ਜੇ ਅਸੀਂ ਧਰਮ ਦੇ ਨਾਲ ਜਾਣਾ ਹੈ ਨਾ ਤੇ ਸਾਇੰਟਿਫਿਕ ਨਾ ਜਾਓ। ਜੇ ਸਾਇੰਟਿਫਿਕ ਜਾਣਾ ਹੈ ਫਿਰ ਪਰਮਾਤਮਾ ਦੇ ਕੋਲ ਨਾ ਜਾਓ, ਕਿਉਂਕਿ ਸਾਇੰਸ ਤਾਂ ਇਹ ਵੀ ਕਹਿੰਦੀ ਹੈ ਭੂਤ ਨਹੀਂ ਹੁੰਦੇ ਤੇ ਭੂਤ ਵੀ ਹੁੰਦੇ ਆ। ਜੇ ਪਰਮਾਤਮਾ ਹੈਗਾ ਤੇ ਭੂਤ ਵੀ ਹੈਗਾ, ਇਹ ਵੀ ਇੱਕ ਰਿਐਲਿਟੀ ਹੈ ਨਾ। ਜੇ ਗੁੱਡ ਥਿੰਗਸ ਹੈਗੀਆਂ ਨੇ ਨਾ ਸੋਸਾਇਟੀਜ਼, ਤੋਂ ਬੈਡ ਥਿੰਗਸ ਵੀ ਨਾਲ ਹੀ ਹੈਗੀਆਂ ਨੇ। ਤੇ ਜੇ ਤੁਸੀਂ ਸਾਇੰਟਿਫਿਕ ਵੇ ਨਾਲ ਜਾਓਗੇ ਤਾਂ ਕੁਝ ਵੀ ਨਹੀਂ ਹੈਗਾ। ਫਿਰ ਤਾਂ ਉਹ ਹਿਊਮਨ ਬੀਇੰਗ ਨੂੰ ਵੀ ਇਹ ਕਹਿੰਦੇ ਆ ਕਿ ਤੁਸੀਂ ਜਦੋਂ ਤੱਕ ਚੱਲ ਰਹੇ ਹੋ ਤੁਹਾਡੇ ਪੁਰਜੇ ਸਾਰੇ ਸਹੀ ਹੈਗੇ ਨੇ, ਤੁਸੀਂ ਹਿਊਮਨ ਬੀਇੰਗ ਹੋ। ਜਦੋਂ ਤੁਸੀਂ ਖਤਮ, ਤੁਹਾਡੇ ਅੱਖ ਨੱਕ ਸਭ ਕੁਝ ਕੱਢ ਲਿਆ ਜਾਏਗਾ, ਬਿਕੋਜ਼ ਤੁਸੀਂ ਇੱਕ ਕਿਸਮ ਦੇ ਪੁਰਜੇ ਹੈਗੇ ਹੋ ਪੂਰੀ ਤਰ੍ਹਾਂ। ਸਮਝ ਰਹੇ ਹੋ ਨਾ, ਇੱਕ ਸਕੈਲਟਨ ਹੈਗੇ ਹੋ, ਚਮੜੀ ਹੈਗੀ ਆ ਤੁਹਾਡੇ ਵਿੱਚ। ਜਦੋਂ ਤੱਕ ਤੁਹਾਡੇ ਸਾਹ ਨੇ ਉਦੋਂ ਤੱਕ ਤੁਸੀਂ ਚੱਲ ਰਹੇ ਹੋ, ਨਹੀਂ ਹੈਗੇ ਤੁਹਾਡੇ ਅੱਖ ਨੱਕ ਸਭ ਕੁਝ ਕੱਢ ਲਿਆ ਜਾਏਗਾ। ਤੋ ਉਹਦੇ ਸਾਇੰਟਿਫਿਕ ਵੇ ਦੇ ਨਾਲ ਤਾਂ ਤੁਸੀਂ ਜਾਓ ਹੀ ਨਾ, ਜੇ ਤੁਸੀਂ ਰਿਲੀਜੀਅਸ ਵੇ ਦੇ ਨਾਲ ਜਾਣਾ ਵਾ। ਕਹਿੰਦੇ ਬੇਬੀਲੋਨ ਦਾ ਇੱਕ ਰਾਜਾ ਸੀਗਾ, ਨਾਮ ਸੀਗਾ ਹੋਮਰਥੀ। ਕਹਿੰਦੇ ਉਸਨੇ ਬੋਲਿਆ ਸੀਗਾ ਕਿ ਮੈਨੂੰ ਈਸ਼ਵਰ ਨੇ ਭੇਜਿਆ ਹੈਗਾ ਵਾ, ਪਰਮਾਤਮਾ ਨੇ ਭੇਜਿਆ ਵਾ, ਤੇ ਮੈਂ ਜਿਹੜੇ ਵੀ ਤੁਹਾਡੇ ਤੇ ਰੂਲ ਬਣਾਉਂਗਾ ਨਾ, ਤੁਸੀਂ ਇਹ ਮੰਨ ਕੇ ਚੱਲੋ ਕਿ ਜਿਹੜੇ ਵੀ ਤੁਹਾਡੇ ਰੂਲ ਵਗੈਰਾ ਹੈਗੇ ਨੇ ਉਹ ਸਾਰੇ ਜਿਹੜੇ ਹੈਗੇ ਆ ਪਰਮਾਤਮਾ ਦੇ ਦੁਆਰਾ ਬਣਾਏ ਗਏ ਨੇ। ਕਹਿੰਦੇ ਅੱਜ ਵੀ ਅਸੀਂ ਦੇਖਦੇ ਹੈਗੇ ਕਿ ਹਿੰਦੂ ਜਿਹੜੇ ਲੋਕ ਹੈਗੇ ਨੇ ਆਪਣਾ ਸਾਰਾ ਸਿਸਟਮ ਜਿਹੜਾ ਹੈਗਾ ਮਨੂ ਸਮ੍ਰਿਤੀ ਦੇ ਅਕੋਰਡਿੰਗ, ਤੇ ਇਸਲਾਮਿਕ ਜਿਹੜੇ ਹੈਗੇ ਆ ਕੁਰਾਨ ਦੇ ਅਕੋਰਡਿੰਗ ਜਿਹੜਾ ਹੈਗਾ ਆਪਣਾ ਸਾਰਾ ਦਾ ਸਾਰਾ ਸਿਸਟਮ ਚਲਾਉਂਦੇ ਨੇ, ਕਿਉਂਕਿ ਅਸੀਂ ਰਿਲੀਜੀਅਸ ਬੇਸਿਸ ਦੇ ਉੱਤੇ ਆਪਣੀ ਲਾਈਫ ਜਿਹੜੀ ਹੈਗੀ ਆ ਉਹ ਢਾਲਣ ਦੀ ਕੋਸ਼ਿਸ਼ ਕਰਦੇ ਆ। ਅੱਛਾ, ਅਸੀਂ ਆਪਣੇ ਕਨਸੈਪਟ ਤੇ ਦੁਬਾਰਾ ਆਨੇ ਆ। ਮੈਂ ਤੁਹਾਨੂੰ ਕੀ ਬੋਲਿਆ ਸੀ ਕਿ ਰਿਲੀਜੀਅਸ ਬੇਸਿਸ ਦੇ ਉੱਤੇ ਲਾ ਬੰਦੇ ਹੈਗੇ ਨੇ, ਠੀਕ ਹੈ।
ਤੁਸੀਂ ਬੁੱਕ ਦੇ ਅਕੋਰਡਿੰਗ ਕੀ ਲਿਖਣਾ ਕਿ ਹਾਂ ਰਿਲੀਜੀਅਸ ਬੇਸਿਸ ਦੇ ਉੱਤੇ ਜਿਹੜੇ ਹੈਗੇ ਲਾ ਵਗੈਰਾ ਬਣਦੇ ਨੇ, ਬਿਕੋਜ਼ ਪੁਰਾਣੇ ਟਾਈਮ ਪੀਰੀਅਡ ਤੋਂ ਹੀ ਹਿਊਮਨ ਬੀਇੰਗ ਦੀ ਲਾਈਫ ਦੇ ਉੱਤੇ ਰਿਲੀਜੀਅਸ ਦਾ ਕਾਫੀ ਜ਼ਿਆਦਾ ਇਫੈਕਟ ਪਿਆ ਸੀ, ਬਿਕੋਜ਼ ਰਾਜੇ ਮਹਾਰਾਜੇ ਜਦੋਂ ਵੀ ਕੋਈ ਰੂਲ ਐਂਡ ਰੈਗੂਲੇਸ਼ਨਸ ਕ੍ਰੀਏਟ ਕਰਦੇ ਸੀ, ਦੈਨ ਹੀ ਸੈਡ, ਉਹ ਬੋਲਦੇ ਸੀਗੇ ਕਿ ਪ੍ਰਮਾਤਮਾ ਦੇ ਵੱਲੋਂ ਉਹਨਾਂ ਨੂੰ ਭੇਜਿਆ ਗਿਆ ਵਾ, ਠੀਕ ਹੈ। ਹਮੋਰਥੀ ਨਾਂ ਦਾ ਤੁਸੀਂ ਲਿਖਣਾ ਹੈਗਾ ਵਾ, ਇੱਕ ਰਾਈਟਰ ਦਾ ਨਾਮ ਹੈ, ਬੇਬੀਲੋਨ ਦਾ ਰਾਜਾ ਸੀਗਾ ਹਮੋਰਥੀ। ਕਹਿੰਦੇ ਉਹਨੇ ਕਿਹਾ ਸੀਗਾ ਕਿ ਮੈਂ ਜਿਹੜੇ ਵੀ ਲਾਅ ਵਗੈਰਾ ਬਣਾਇਆ ਮੈਨੂੰ ਈਸ਼ਵਰ ਨੇ ਭੇਜਿਆ, ਇਸ ਲਈ ਜਿਹੜੇ ਵੀ ਮੈਂ ਲਾਅ ਵਗੈਰਾ ਬਣਾਉਂਗਾ ਇਹ ਤੁਸੀਂ ਇਹ ਮੰਨ ਕੇ ਚੱਲਣਾ ਕਿ ਈਸ਼ਵਰ ਨੇ ਮੈਨੂੰ ਪਾਵਰ ਦਿੱਤੀ ਹੈ ਤੇ ਮੈਂ ਲਾਅ ਵਗੈਰਾ ਹੈਗੇ ਜਿਹੜੇ ਤੁਹਾਡੇ ਤੇ ਸੈੱਟ ਕਰਤੇ, ਤੁਸੀਂ ਇਹਨਾਂ ਦੇ ਅਕੋਰਡਿੰਗ ਆਪਣੀ ਲਾਈਫ ਨੂੰ ਜਿਹੜਾ ਹੈਗਾ ਵਾ ਨੈਕਸਟ ਚਲਾਣਾ ਹੈਗਾ ਵਾ, ਠੀਕ ਹੈ। ਇਸ ਤਰ੍ਹਾਂ ਤੁਸੀਂ ਲਿਖਣਾ ਹੈਗਾ ਵਾ ਕਿ ਹਾਂ ਰਿਲੀਜੀਅਸ ਬੇਸਿਸ ਦੇ ਉੱਤੇ ਅਗਰ ਦੇਖੀਏ ਤੇ ਲਾਅ ਵਗੈਰਾ ਬੰਦੇ ਹੈਗੇ ਆ, ਕਿਉਂਕਿ ਜਿਹੜੇ ਹਿੰਦੂ ਹੈਗੇ ਆ ਮਨੂ ਸਮ੍ਰਿਤੀ, ਇਸਲਾਮ ਹੈਗੇ ਆ ਕੁਰਾਨ, ਠੀਕ ਹੈ, ਤੇ ਯਾਨੀ ਕਿ ਧਰਮ ਦੇ ਅਕੋਰਡਿੰਗ ਸਿਸਟਮ ਨੂੰ ਚਲਾਉਂਦੇ ਆ। अगर शादी हो रही है मुसलमान की हो रही है तो बोलेगा कबूल है कबूल है कबूल है, तलाक है तो बोलेगा तलाक है तलाक है तलाक है, ऐसा ऐदा बोलणगे ना वो। तो क्या मतलब बनदा है कि धर्म दे अकॉर्डिंग वो अपने सिस्टम नू चलांदे आ। ਅਸੀਂ ਵੀ अगर शादी करनी होगे सिख फैमिली ਨਾਲ बिलोंग करते ਹੈਗੇ ਆ ਤੇ ਲਾਵਾਂ ਹੁੰਦੀਆਂ ਨੇ ਕਿ ਫੇਰੇ ਹੁੰਦੇ ਨੇ? ਸਿੱਖਾਂ 'ਚ ਕੀ ਹੁੰਦਾ ਹੈ, ਲਾਵਾਂ ਹੁੰਦੀਆਂ ਕਿ ਫੇਰੇ ਹੁੰਦੇ? ਪੱਕਾ? ਠੀਕ ਹੈ ਲਾਵਾਂ ਹੀ ਹੁੰਦੀਆਂ ਨੇ। ਚਲੋ ਇਹਦਾ ਮਤਲਬ ਕੀ ਹੈ ਕਿ ਜਿਹੜੇ ਸਾਡੇ ਕਸਟਮ ਨੇ, ਰੀਤੀ ਰਿਵਾਜ ਨੇ, ਹੌਲੀ ਹੌਲੀ ਉਹੀ ਰੂਲ ਬਣ ਜਾਂਦੇ ਨੇ। ਜੇ ਮੈਂ ਕਹਿ ਦੂੰਗੀ ਕਿ ਜੇ ਮੈਂ ਤਾਂ ਵਿਆਹ ਕਰਾ ਕੇ ਆ ਗਈ, ਕਿੱਥੋਂ ਕਰਵਾ ਕੇ ਆਈ, ਪਹਿਲਾਂ ਕੋਈ ਸਬੂਤ ਦੇਣੇ ਪੈਂਦੇ ਆ ਕਿ ਫਲਾਣੇ ਗੁਰਦੁਆਰੇ ਜਾਂ ਫਲਾਣੀ ਜਗ੍ਹਾ ਦੇ ਉੱਤੇ ਫਲਾਣੇ ਮੰਦਿਰ ਦੇ ਵਿੱਚ ਮੈਂ ਲਾਵਾਂ ਲਈਆਂ, ਫੇਰੇ ਲਏ। ਮਤਲਬ ਰੂਲ ਬਣਿਆ ਹੋਇਆ ਕਿ ਜੇ ਤੁਸੀਂ ਵਿਆਹ ਵੀ ਕਰਾਉਣਾ ਤੇ ਇਸ ਤਰੀਕੇ ਦੇ ਨਾਲ ਹੋਏਗਾ। ਜੇ ਦੂਜੀ ਤਰ੍ਹਾਂ ਕਰਾ ਲਓ ਇਟਸ ਓਕੇ, ਮੰਨ ਤਾਂ ਉਹ ਵੀ ਲਿਆ ਜਾਏਗਾ, ਭੱਜਣ ਭੁਜਾਉਣ ਵਾਲਾ ਵੀ ਮੰਨ ਲਿਆ ਜਾਏਗਾ, ਬਟ ਅਗਰ ਸਹੀ ਤਰੀਕੇ ਦੇ ਨਾਲ ਰਿਸਪੈਕਟਫੁਲੀ ਵੇ ਦੇ ਨਾਲ ਅਗਰ ਕਿਹਾ ਜਾਵੇ ਨਾ ਕਿ ਮੇਰੀ ਸ਼ਾਦੀ ਹੋਈ ਹੈ ਤਾਂ ਬੋਲਿਆ ਜਾਂਦਾ ਇਹ ਚੀਜ਼ ਕਿ ਹਾਂ ਕਿ ਤੁਸੀਂ ਕਿਹੜੇ ਥਾਂ ਦੇ ਉੱਤੇ ਮਤਲਬ ਜਿਹੜੇ ਲਾਵਾਂ ਫੇਰੇ ਲਏ ਆ, ਕਿਉਂਕਿ ਇਹ ਜਿਹੜੇ ਕਸਟਮ ਨੇ, ਰੀਤੀ ਰਿਵਾਜ ਨੇ, ਚਾਹੇ ਰਿਲੀਜੀਅਸ ਬੇਸਿਸ ਦੇ ਨਾਲ ਰਿਲੇਟਡ ਨੇ, ਇੱਕ ਕਿਸਮ ਦਾ ਲਾ ਬਣ ਜਾਂਦੇ ਨੇ, ਪ੍ਰੂਫ ਬਣ ਜਾਂਦਾ ਹੈ ਕਿ ਹਾਂ ਵੀ ਇਹ ਕੰਮ ਤੁਹਾਡਾ ਹੋਇਆ ਵਾ। ਓਕੇ ਆ। ਮਨੁਸਮ੍ਰਿਤੀ, ਮਨੁਸਮ੍ਰਿਤੀ ਬੁੱਕ ਹੈ ਬੇਟਾ ਜਿਹਦੇ ਵਿੱਚ ਰੂਲ ਵਗੈਰਾ ਲਿਖੇ ਹੋਏ ਨੇ। ਮਨੂ ਨੇ, ਮਨੂ ਇੱਕ ਪਰਸਨ ਦਾ ਨਾਮ ਹੈ। ਇਸ ਤਰ੍ਹਾਂ ਦਾ ਕੁਝ ਨਹੀਂ ਹੈ, ਉਹਨੇ ਆਪਣੇ ਅਕੋਰਡਿੰਗ ਉਸ ਟਾਈਮ ਦੇ ਅਕੋਰਡਿੰਗ ਲਿਖ ਲਿਆ। ਮੈਂ ਇਹ ਨਹੀਂ ਕਹਿੰਦੀ ਕਿ ਉਹ ਗਲਤ ਹੈਗਾ, ਜੇ ਮੈਂ ਕੁਰਾਨ ਨੂੰ ਗਲਤ ਨਹੀਂ ਨਾ ਕਹਿ ਸਕਦੀ, ਆਦ ਗ੍ਰੰਥ ਨੂੰ ਗਲਤ ਨਹੀਂ ਨਾ ਕਹਿ ਸਕਦੀ, ਤੇ ਮੈਂ ਹਿੰਦੂਆਂ ਦੀ ਮਨੁਸਮ੍ਰਿਤੀ ਨੂੰ ਵੀ ਗਲਤ ਨਹੀਂ ਕਹਿ ਸਕਦੀ। ਉਹਨੇ ਕੁਝ 14 ਟਾਈਪ ਦੇ ਲਾ ਲਿਖੇ ਨੇ ਉਹਦੇ ਵਿੱਚ, ਤੇ ਜਿਹੜੇ ਕਿ ਉਹ ਮਤਲਬ ਅਕੋਰਡਿੰਗ ਸਿਸਟਮ ਨੂੰ ਚਲਾਉਣ ਦੀ ਕੋਸ਼ਿਸ਼ ਕਰਦੇ ਨੇ, ਠੀਕ ਹੈ। ਮੈਂ ਤੁਸੀਂ ਇਹ ਕੁਐਸਚਨ ਪੁੱਟ ਕੀਤਾ, ਮੈਂ ਨੈਕਸਟ ਜਦੋਂ ਵੀ ਮਤਲਬ ਆਪਾਂ ਲੈਕਚਰ ਦੁਬਾਰਾ ਲਵਾਂਗੇ ਨਾ, ਮੈਂ ਤੁਹਾਨੂੰ ਮਨੁਸਮ੍ਰਿਤੀ ਦਾ ਉਹ ਮਤਲਬ ਦੁਬਾਰਾ ਬੋਲ ਕੇ ਦਿਖਾਉਂਗੀ ਕਿ ਉਹਨਾਂ ਨੇ ਕਿਹੜੇ ਕਿਹੜੇ ਲਾ ਬਣਾਏ ਸੀ, ਇੰਟਰਸਟਿੰਗ ਸੀਗੇ ਉਹ, ਠੀਕ ਹੈ। ਚਲੋ ਨੈਕਸਟ ਹੈਗਾ ਵਾ ਜੁਡੀਸ਼ਰੀ ਡਿਸੀਜਨ। ਕਹਿੰਦੇ ਅਦਾਲਤੀ ਫੈਸਲੇ, ਅਦਾਲਤ ਦੇ ਦੁਆਰਾ ਦਿੱਤੇ ਗਏ ਫੈਸਲੇ ਵੀ ਲਾਅ ਬਣ ਜਾਂਦੇ ਨੇ। ਹੁਣ ਉਹ ਕਿੱਦਾਂ ਲਾਅ ਬਣਦੇ ਨੇ? ਤੁਸੀਂ ਦੇਖੋ ਕਿ ਪੁਰਾਣੇ ਟਾਈਮ ਪੀਰੀਅਡ ਦੇ ਵਿੱਚ ਬਜ਼ੁਰਗ ਲੋਕ ਸੀ, ਸਿਆਣੇ ਲੋਕ ਸੀ, ਉਹ ਮਤਲਬ ਆਪਣੇ ਮੁਤਾਬਿਕ ਫੈਸਲਿਆਂ ਦਾ ਹੱਲ ਕਰ ਦਿੰਦੇ ਸੀਗੇ, ਉਹ ਲਾਅ ਬਣ ਜਾਂਦਾ ਸੀ। ਬਹੁਤ ਟਾਈਮ ਪਹਿਲਾਂ ਕਬੀਲੇ ਵਗੈਰਾ ਬਣਦੇ ਹੁੰਦੇ ਸੀ। ਹੁਣ ਤੁਸੀਂ ਸੁਣੀ ਜਾਣਾ ਕਿ ਮੈਂ ਕਿਆ ਬੋਲ ਰਹੀ ਹਾਂ। ਫਸਟ ਮੈਂ ਬੋਲਿਆ ਕਿ ਪੁਰਾਣੇ ਟਾਈਮ ਪੀਰੀਅਡ ਦੇ ਵਿੱਚ ਜਿਹੜੇ ਬਜ਼ੁਰਗ ਵਗੈਰਾ ਸੀ, ਅਗਰ ਉਹ ਰੂਲ ਵਗੈਰਾ ਬਣਾਉਂਦੇ ਸੀ ਤੇ ਉਹ ਰੂਲ ਵਗੈਰਾ ਨੂੰ ਈਜ਼ੀਲੀ ਐਕਸੈਪਟ ਕਰ ਲਿਆ ਜਾਂਦਾ ਸੀ, ਠੀਕ ਹੈ। ਹੁਣ ਉਹ ਰੂਲ ਵਗੈਰਾ ਨੂੰ ਈਜ਼ੀਲੀ ਐਕਸੈਪਟ ਕਰ ਲੈਂਦੇ ਸੀ, ਇਹਦਾ ਮਤਲਬ ਹੈ ਕਿ ਹੁਣ ਕੋਈ ਲੜਾਈ ਝਗੜਾ ਹੋਇਆ ਹੈ, ਬਜ਼ੁਰਗਾਂ ਨੂੰ ਮਤਲਬ 올ਡ ਪਰਸਨ ਜਿਹੜੇ ਹੈਗੇ ਨੇ ਉਹਨਾਂ ਨੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਤੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਪ੍ਰੋਬਲਮ ਨੂੰ ਸੋਲਵ ਕੀਤਾ ਹੈ ਨਾ, ਉਹ ਲਾਅ ਬਣ ਜਾਏਗਾ। ਸਮਝ ਰਹੇ ਹੋ? ਪਹਿਲਾ ਲਾ। ਦੂਸਰਾ ਹੈਗਾ ਵਾ ਕਿ ਹੌਲੀ ਹੌਲੀ ਜਿੱਦਾਂ ਡਿਵੈਲਪਮੈਂਟ ਹੁੰਦੀ ਗਈ, ਹੌਲੀ ਹੌਲੀ ਜਿੱਦਾਂ ਵਿਕਾਸ ਹੁੰਦਾ ਗਿਆ, ਤੇ ਸਾਡੇ ਪੁਰਾਣੇ ਟਾਈਮ ਪੀਰੀਅਡ ਦੇ ਵਿੱਚ ਨਾ ਕਬੀਲੇ ਬਣੇ ਹੁੰਦੇ ਸੀ, ਠੀਕ ਹੈ। ਟ੍ਰਾਈਬ ਬੋਲ ਦਿੰਦੇ ਆ ਜਿਸਨੂੰ, ਤੇ ਕਬੀਲੇ ਬਣੇ ਹੁੰਦੇ ਸੀਗੇ। ਤੇ ਜਦੋਂ ਕਬੀਲੇ ਬਣੇ ਹੁੰਦੇ ਸੀ ਨਾ, ਤੇ ਉਹਨਾਂ ਦੇ ਵੀ ਵੱਖਰੇ ਵੱਖਰੇ ਕਬੀਲੇ ਦੇ ਵਿੱਚ ਵੱਖਰਾ ਵੱਖਰਾ ਜਿਹੜੇ ਟ੍ਰਾਈਬ ਹੁੰਦੇ ਸੀਗੇ, ਵੱਖਰਾ ਵੱਖਰਾ ਉਹਦੇ ਵਿੱਚ ਸਰਦਾਰ ਹੁੰਦਾ ਸੀ, ਮਤਲਬ ਹੈਡ ਹੁੰਦਾ ਸੀਗਾ, ਤੇ ਉਹਨਾਂ ਦੇ ਵਿੱਚ ਵੀ ਨਾ ਟਕਰਾਅ ਪੈਦਾ ਹੋਣਾ ਸਟਾਰਟ ਹੋ ਗਿਆ, ਮਤਲਬ ਕਨਫਲਿਕਟ, ਲੜਾਈ ਝਗੜੇ ਪੈਦਾ ਹੋਣੇ ਸਟਾਰਟ ਹੋ ਗਏ ਕਿ ਮੈਂ ਰੂਲ ਇਸ ਤਰ੍ਹਾਂ ਦੇ ਬਣਾਣੇ ਆ, ਤੁਸੀਂ ਇਸ ਤਰ੍ਹਾਂ ਦੇ ਰੂਲ ਬਣਾਣੇ ਹੈਗੇ ਆ, ਜਿਹਦੇ ਕਾਰਨ ਕਹਿੰਦੇ ਕਿ ਹੌਲੀ ਹੌਲੀ ਜਿਹੜੇ ਹੈਗੇ ਆ, ਜਦੋਂ ਉਹਨਾਂ ਦੇ ਵਿੱਚ ਟਕਰਾਅ ਪੈਦਾ ਹੋਣਾ ਸਟਾਰਟ ਹੋਇਆ, ਤੇ ਕੁਝ ਬੁੱਧੀਮਾਨ ਲੋਕ, ਮਤਲਬ ਕੁਝ ਇੰਟੈਲੀਜੈਂਟ ਪਰਸਨ ਸੀਗੇ, ਜਿਨ੍ਹਾਂ ਨੇ ਉਹਨਾਂ ਦੇ ਬਣਾਏ ਹੋਏ ਰੂਲ ਨੂੰ ਐਕਸਪਲੇਨ ਕਰਨਾ ਸਟਾਰਟ ਕਰ ਦਿੱਤਾ। ਇਸ ਤੋਂ ਬਾਅਦ ਸਾਡੀ ਅਦਾਲਤ ਬਣੀ ਹੈ।
ਅਸੀਂ ਵੀ ਬੋਲਦੇ ਆ ਨਾ ਅਦਾਲਤਾਂ ਕੰਮ ਕੀ ਕਰਦੀਆਂ ਨੇ, ਅਦਾਲਤਾਂ ਯਾਨੀ ਕਿ ਕੋਰਟ ਇਹੀ ਕੰਮ ਕਰਦੇ ਆ ਕਿ ਬਣਾਏ ਹੋਏ ਰੂਲ ਨੂੰ ਐਕਸਪਲੇਨ ਕਰਨ ਦਾ ਕੰਮ ਸਾਡੇ ਕੋਰਟ ਦੁਆਰਾ ਕੀਤਾ ਜਾਂਦਾ। ਮੈਂ ਕੀ ਬੋਲਿਆ ਹੁਣੀ ਕਿ ਕਬੀਲੇ ਜਿਹੜੇ ਹੈਗੇ ਆ ਰੂਲ ਬਣਾਉਂਦੇ ਆ, ਠੀਕ ਹੈ, ਰੂਲ ਉਹਨਾਂ ਦੇ ਵਿੱਚ ਕਨਫਲਿਕਟ ਪੈਦਾ ਹੋ ਗਿਆ, ਇੱਕ ਕਬੀਲੇ ਦਾ ਸਰਦਾਰ ਦੂਜੇ ਦੇ ਰੂਲ ਨੂੰ ਨਹੀਂ ਸੀ ਮੰਨ ਰਿਹਾ ਤੇ ਕੁਝ ਇੰਟੈਲੀਜੈਂਟ ਪਰਸਨਸ ਨੇ ਉਹਨਾਂ ਦੁਆਰਾ ਬਣਾਏ ਗਏ ਰੂਲ ਨੂੰ ਹੀ ਐਕਸਪਲੇਨ ਕਰਨਾ ਸਟਾਰਟ ਕਰਤਾ। ਜਦੋਂ ਉਹਨਾਂ ਨੇ ਐਕਸਪਲੇਨ ਕਰਨਾ ਸਟਾਰਟ ਕੀਤਾ ਦੈਨ ਕੀ ਹੋਣਾ ਸਟਾਰਟ ਹੋ ਗਿਆ ਸੀ, ਐਕਸਪਲੇਨ ਕਰ ਦਿੱਤਾ ਉਹਨਾਂ ਨੇ, ਕੋਰਟ ਬਣਨਾ ਸਟਾਰਟ ਹੋ ਗਿਆ, ਅਦਾਲਤਾਂ ਬਣਨੀਆਂ ਸਟਾਰਟ ਹੋ ਗਈਆਂ ਤੇ ਆਉਣ ਵਾਲੇ ਟਾਈਮ ਪੀਰੀਅਡ ਦੇ ਵਿੱਚ ਅਦਾਲਤਾਂ ਦੁਆਰਾ ਕੋਰਟ ਦੁਆਰਾ ਜਿਹੜੇ ਵੀ ਫੈਸਲੇ ਲਏ ਜਾਂਦੇ ਸੀ ਉਹਨਾਂ ਨੂੰ ਇੱਕ ਲਾਸਟ ਅੰਤਿਮ ਕਹਿ ਲੋ ਕਿ ਡਿਸੀਜਨ ਮੰਨਿਆ ਜਾਂਦਾ ਸੀ ਕਿ ਇਸ ਤੋਂ ਬਾਅਦ ਕੋਈ ਡਿਸੀਜਨ ਨਹੀਂ ਲਿਆ ਜਾਏਗਾ, ਠੀਕ ਹੈ। ਉਸ ਤੋਂ ਬਾਅਦ ਹੈਗਾ ਇਕੁਐਲਿਟੀ, ਯਾਨੀ ਕਿ ਇੱਕ ਕਿਸਮ ਦੀ ਇਕੁਐਲਿਟੀ ਕਰਨਾ, ਨਿਆਂ ਭਾਵ ਹਰੇਕ ਦੇ ਲਈ ਰੱਖਣਾ, ਠੀਕ ਹੈ, ਜਸਟਿਸ ਜਿਸ ਨੂੰ ਅਸੀਂ ਬੋਲ ਦਿੰਨੇ ਹੈਗੇ ਆ। ਕਹਿੰਦੇ ਬਹੁਤ ਵਾਰ ਨਾ ਮਤਲਬ ਜਿਹੜੀ ਜਸਟੀਫਿਕੇਸ਼ਨ ਮਤਲਬ ਜਿਹੜੀ ਸਾਡੀ ਹੈਗੀ ਜੁਡੀਸ਼ਰੀ ਸਿਸਟਮ, ਠੀਕ ਹੈ, ਜੁਡੀਸ਼ਰੀ ਸਿਸਟਮ ਜਿਹੜਾ ਹੈਗਾ ਵਾ ਕਹਿੰਦੇ ਬਹੁਤ ਵਾਰ ਅਦਾਲਤਾਂ ਦੇ ਦੁਆਰਾ ਨਾ ਕਹ ਲੋ ਕਿ ਬਹੁਤ ਵਾਰ ਕੋਈ ਕ੍ਰਾਈਮ ਇਦਾਂ ਦਾ ਹੋ ਜਾਂਦਾ ਵਾ ਜਿਹਦੇ ਉੱਤੇ ਅਦਾਲਤ ਨੇ ਪਹਿਲਾਂ ਕੋਈ ਰੂਲ ਬਣਾਇਆ ਹੀ ਨਹੀਂ ਹੁੰਦਾ, ਠੀਕ ਹੈ। ਹੁਣ ਮਤਲਬ ਰੂਲ ਇਦਾਂ ਦਾ ਕਿਸੇ ਨੇ ਕ੍ਰਾਈਮ ਇਦਾਂ ਦਾ ਕਰਤਾ ਹੈਗਾ ਜਿਹਦੇ ਬਿਹਾਫ ਤੇ ਪਹਿਲਾਂ ਰੂਲ ਨਹੀਂ ਬਣਿਆ ਹੋਇਆ ਤੇ ਜਿਹੜੀਆਂ ਅਦਾਲਤਾਂ ਹੁੰਦੀਆਂ ਨੇ ਨਾ ਉਹ ਆਪਣੇ ਬਿਹਾਫ ਦੇ ਉੱਤੇ ਆਪਣੇ ਅਕੋਰਡਿੰਗ ਇੰਟੈਲੀਜੈਂਟ ਪਰਸਨ ਆਪਸ ਦੇ ਵਿੱਚ ਮਿਲ ਕੇ, ਇੰਟੈਲੀਜੈਂਟ ਪਰਸਨ ਮੈਂ ਇੱਥੇ ਕਹੂੰਗੀ ਜਿਹੜੇ ਜੱਜਿਸ ਵਗੈਰਾ ਹੁੰਦੇ ਆ, ਉਹ ਆਪਸ ਦੇ ਵਿੱਚ ਮਿਲ ਕੇ ਕੁਝ ਨਿਰਣੇ ਕੁਝ ਡਿਸੀਜਨ ਲੈ ਲੈਂਦੇ ਆ ਕਿ ਆਹ ਪ੍ਰੋਬਲਮ ਹੈਗੀ ਆ, ਰੂਲ ਕੋਈ ਬਣਿਆ ਨਹੀਂ ਆ, ਆਪਾਂ ਇਹਦੇ ਬਿਹਾਫ ਦੇ ਉੱਤੇ ਆਹ ਵਾਲਾ ਰੂਲ ਜਿਹੜਾ ਹੈਗਾ ਵਾ ਕ੍ਰੀਏਟ ਕਰਨਾ ਵਾ। ਦੈਨ ਨਾਲ ਦੇ ਨਾਲ ਉਹ ਆਰਟੀਕਲ ਬਣਾ ਦਿੰਦੇ ਹੈਗੇ ਆ ਇਹ ਚੀਜ਼ ਦਾ ਕਿ ਆਹ ਰੂਲ ਹੈਗਾ ਵਾ, ਆਹ ਰੂਲ ਦੇ ਉੱਤੇ ਆਹ ਪਨਿਸ਼ਮੈਂਟ ਦਿੱਤੀ ਜਾਏਗੀ ਤੇ ਕਿੰਨੇ ਸਾਲ ਦੀ ਸਜ਼ਾ ਵਟਐਵਰ ਸਾਰੀਆਂ ਚੀਜ਼ਾਂ ਲਿਖ ਦਿੱਤੀਆਂ ਜਾਂਦੀਆਂ। ਇਹਨੂੰ ਬੋਲਿਆ ਜਾਂਦਾ ਹੈ ਕਿ ਜੁਡੀਸ਼ਰੀ ਸਿਸਟਮ ਦੇ ਦੁਆਰਾ ਵੀ ਰੂਲ ਕ੍ਰੀਏਟ ਕੀਤੇ ਜਾਂਦੇ ਆ। ਕਿਉਂਕਿ ਮੇਰਾ ਕੁਐਸਚਨ ਕੀ ਹੈ, ਕਿਹੜੇ ਕਿਹੜੇ ਤਰੀਕੇ ਰਾਹੀਂ ਲਾਅ ਬਣਦੇ ਆ? ਆਪਾਂ ਕਹਿਣਾ ਹਾਂ ਵੀ ਕਸਟਮ ਦੇ ਅਕੋਰਡਿੰਗ ਵੀ ਬਣਦੇ ਆ, ਰਿਲੀਜੀਅਸ ਦੇ ਅਕੋਰਡਿੰਗ ਵੀ ਬਣਦੇ ਆ, ਜੁਡੀਸ਼ਰੀ ਸਿਸਟਮ ਦੇ ਅਕੋਰਡਿੰਗ ਵੀ ਬਣਦੇ ਹੈਗੇ ਆ, ਠੀਕ ਹੈ। ਉਸ ਤੋਂ ਬਾਅਦ ਮਤਲਬ ਹੈਗਾ ਵਾ ਜਿਹੜੀ ਜੁਡੀਸ਼ਰੀ ਸਿਸਟਮ ਜਿਹੜੇ ਡਿਸੀਜਨ ਲੈਂਦੀ ਆ ਉਹਦੇ ਬਿਹਾਫ ਤੇ ਵੀ ਰੂਲ ਬਣਦੇ ਆ। ਉਸ ਤੋਂ ਬਾਅਦ ਹੈਗਾ ਵਾ ਸਾਇੰਟਿਫਿਕ ਕਮਿਊਨਿਟੀਜ਼, ਠੀਕ ਹੈ, ਕਮੈਂਟਰੀਜ਼। ਕਹਿੰਦੇ ਕਿ ਕਮੈਂਟਰੀ ਜਿਹਦਾ ਆਪਾਂ ਬੋਲਦੇ ਨਾ ਕਮੈਂਟਰੀ ਕਰ, ਉਹਨੇ ਮੇਰੇ ਤੇ ਕਮੈਂਟ ਕੀਤਾ ਮਤਲਬ ਕੀ ਹੈ, ਟਿੱਪਣੀ ਕਰਤੀ ਮੇਰੇ ਦੇ ਉੱਤੇ ਕਮੈਂਟਰੀ, ਠੀਕ ਹੈ। ਕਹਿੰਦੇ ਵਿਗਿਆਨਿਕ ਟਿੱਪਣੀਆਂ, ਕਹਿੰਦੇ ਕਾਨੂੰਨ ਜਿਹੜਾ ਹੈਗਾ ਜਿਹੜਾ ਲਾ ਹੈਗਾ ਵਾ ਸਾਇੰਟਿਫਿਕ ਬੇਸ ਦੇ ਉੱਤੇ ਵੀ ਬਣ ਜਾਂਦਾ। ਸਾਇੰਟਿਫਿਕ ਬੇਸ ਦੇ ਉੱਤੇ ਕਿੱਦਾਂ? ਹੁਣ ਜਿੱਦਾਂ ਕੋਈ ਰੀਤੀ ਰਿਵਾਜ ਆ, ਕੋਈ ਰੂਲ ਹੈਗਾ ਬਣਿਆ ਹੋਇਆ, ਕੋਈ ਪਰੰਪਰਾ ਹੈਗੀ ਆ, ਕੋਈ ਪੁਰਾਣੇ ਟਾਈਮ ਪੀਰੀਅਡ ਦਾ ਰੂਲ ਬਣਿਆ ਹੋਇਆ ਵਾ, ਸਾਇੰਟਿਫਿਕ ਮੈਥਡ ਕੀ ਕਰਦਾ ਇਹਨਾਂ ਸਾਰੇ ਰੂਲ ਨੂੰ ਇਕੱਠਾ ਕਰ ਲੈਂਦਾ ਵਾ, ਠੀਕ ਹੈ। ਸਾਇੰਟਿਫਿਕ ਮੈਥਡ ਕੀਤਾ ਵਾ। ਇਕੁਇਟੀ ਜਿਹੜਾ ਹੈਗਾ ਨਾ, ਇਕੁਇਟੀ ਨੂੰ ਮੈਂ ਇੱਥੇ ਜੁਡੀਸ਼ੀਅਰ ਬੋਲ ਦਿੱਤਾ ਸੀਗਾ, ਸੋ ਤੁਸੀਂ ਟੈਨਸ਼ਨ ਨਾ ਲਓ ਇਸ ਚੀਜ਼ ਦੀ, ਠੀਕ ਹੈ, ਮੈਂ ਉਹਨੂੰ ਜੁਡੀਸ਼ੀਅਰੀ ਸਿਸਟਮ ਬੋਲ ਦਿੱਤਾ ਸੀਗਾ। तो नेक्स्ट हैगा वा साइंटिफिक, ठीक है ना, साइंटिफिक कमेंट्री। कहंदे विज्ञानिक टिप्पणियां, कहंदे कि विज्ञानिक टिप्पणियां ਜਿਹੜੀਆਂ ਹੈਗੀਆਂ ਉਹਨਾਂ ਦੇ ਬੇਸ ਤੇ ਵੀ ਰੂਲ ਬਣਦੇ ਹੈਗੇ ਆ, ਕਿਉਂਕਿ ਕਹਿੰਦੇ ਕਿ ਜਿਹੜੇ ਸਾਡੇ ਰੀਤੀ ਰਿਵਾਜ ਹੁੰਦੇ ਆ, ਸਾਡੀਆਂ ਪੁਰਾਣੇ ਟਾਈਮ ਪੀਰੀਅਡ ਦੇ ਕਨਵੈਨਸ਼ਨਸ ਮਤਲਬ ਪਰੰਪਰਾਵਾਂ ਜਿਹੜੀਆਂ ਹੁੰਦੀਆਂ ਵਾ, ਜੇ ਜੁਡੀਸ਼ਰੀ ਫੈਸਲੇ ਹੁੰਦੇ ਆ ਜਾਂ ਪੁਰਾਣੇ ਟਾਈਮ ਪੀਰੀਅਡ ਦੇ ਲਾਅ, ਨਵੇਂ ਟਾਈਮ ਪੀਰੀਅਡ ਦੇ ਲਾਅ, ਸਾਰੇ ਦੇ ਸਾਰੇ ਵਿਗਿਆਨ ਦੇ ਅਕੋਰਡਿੰਗ ਨਾ ਇਕੱਠੇ ਕਰ ਲਏ ਜਾਂਦੇ ਆ, ਠੀਕ ਹੈ, ਸਾਰਿਆਂ ਨੂੰ। ਉਸ ਤੋਂ ਬਾਅਦ ਕਹਿੰਦੇ ਕਿ ਜਿਹੜੇ ਸਾਡੇ ਹੈਗੇ ਆ ਸਾਇੰਟਿਫਿਕ ਮੈਥਡ ਦੇ ਉੱਤੇ ਕੁਝ ਰਿਜ਼ਲਟ ਨਿਕਾਲੇ ਜਾਂਦੇ ਆ। ਕਹਿੰਦੇ ਜਦੋਂ ਸਾਇੰਟਿਫਿਕ ਮੈਥਡ ਦੇ ਉੱਤੇ ਜਿਹੜੇ ਰਿਜ਼ਲਟ ਨਿਕਾਲੇ ਜਾਂਦੇ ਹੈਗੇ ਆ, ਕਹਿੰਦੇ ਇਹੀ ਰਿਜ਼ਲਟ ਬਾਅਦ ਵਿੱਚ ਲਾ ਬਣ ਜਾਂਦੇ ਆ, ਠੀਕ ਹੈ। ਹੁਣ ਜੇ ਮੈਂ ਕਹਿ ਦਵਾਂ ਜੀ ਮੈਂ ਕੱਲਾ ਰੀਤੀ ਰਿਵਾਜਾਂ ਦੇ ਅਕੋਰਡਿੰਗ ਸਿਸਟਮ ਨੂੰ ਚਲਾਣਾ ਤੇ ਪੁੱਤਰਾ ਨਹੀਂ ਠੀਕ ਚੱਲ ਸਕਦੇ। ਮੈਂ ਕਹੂੰਗੀ ਮੇਰੇ ਰੀਤੀ ਰਿਵਾਜ ਕਹਿੰਦੇ 45 ਤੇ ਮੈਂ ਬਾਹਰ ਨਹੀਂ ਨਿਕਲਾ, 45 ਤੇ ਭਾਵੇਂ ਬੰਦੇ ਨੂੰ ਫਾਂਸੀ ਹੁੰਦੀ ਪਈ ਹੋਵੇ, ਮੈਂ ਕਹਣਾ ਜੀ ਹਜੇ ਨਹੀਂ ਮੈਂ ਬਾਹਰ ਨਿਕਲਣਾ, ਚਾਹੇ ਮੈਂ ਉਹਦਾ ਬੇਕਸੂਰ ਹੀ ਸਾਬਤ ਮਤਲਬ ਉਹ ਪਰਸਨ ਨੂੰ ਬੇਕਸੂਰ ਸਾਬਤ ਕਰਨ ਜਾਣਾ ਹੋਵੇ, ਜੀ ਮੈਂ ਨਹੀਂ 45 ਤੇ ਬਾਹਰ ਨਿਕਲਣਾ, ਕਿਉਂਕਿ ਰੀਤੀ ਰਿਵਾਜ ਦੇ ਅਕੋਰਡਿੰਗ 45 ਦੇ ਵਿੱਚ ਨਾ ਬਾਹਰ ਨਿਕਲਣਾ ਜੀ ਅਸ਼ੁਭ ਹੁੰਦਾ ਹੈ ਨਾ। ਤੋ ਮੈਂ ਨਹੀਂ, ਮੈਂ ਮੌਨ ਵਰਤ ਰੱਖ ਲਵਾਂ ਜੀ, ਮੇਰੇ ਤਾਂ ਕਸਟਮ ਦੇ ਵਿੱਚ ਆ ਟਾਈਮ ਪੀਰੀਅਡ ਦੇ ਵਿੱਚ ਮੈਂ ਮੌਨ ਵਰਤ ਰੱਖਣਾ, ਅਗਲਾ ਭਾਵੇਂ ਮੰਨ ਰਿਹਾ ਹੋਵੇ ਜੀ ਮੈਂ ਨਹੀਂ ਬੋਲ ਸਕਦੀ, ਮੈਂ ਤਾਂ ਮੌਨ ਵਰਤ ਰੱਖਿਆ ਵਾ। ਸੋ ਹਰ ਚੀਜ਼ ਨੂੰ ਅਸੀਂ ਮਤਲਬ ਕਹਿ ਲੋ ਕਿ ਰੀਤੀ ਰਿਵਾਜਾਂ ਦੇ ਵਿੱਚ ਨਹੀਂ ਐਡ ਕਰ ਸਕਦੇ, ਕੁਝ ਚੀਜ਼ਾਂ ਸਾਨੂੰ ਸਾਇੰਟਿਫਿਕ ਬੇਸ ਤੇ ਵੀ ਲਿਆਣੀਆਂ ਪੈਂਦੀਆਂ ਨੇ, ਠੀਕ ਹੈ ਬੇਟਾ। ਉਸ ਤੋਂ ਬਾਅਦ ਹੈਗਾ ਲੈਜਿਸਲੇਚਰ। ਕਹਿੰਦੇ ਲੈਜਿਸਲੇਚਰ ਦਾ ਮਤਲਬ ਹੈਗਾ ਵਿਧਾਨ ਮੰਡਲ, ਠੀਕ ਹੈ। ਅੱਛੇ ਤਰੀਕੇ ਨਾਲ ਸੁਣਦੇ ਜਾਣਾ, ਬਿਕੋਜ਼ ਬਾਅਦ ਵਿੱਚ ਤੁਹਾਨੂੰ ਕੁਐਸਚਨ ਪੁੱਟ ਕੀਤੇ ਜਾਣਗੇ, ਦੈਨ ਤੁਹਾਨੂੰ ਆਣਾ ਚਾਹੀਦਾ। ਮੈਨੂੰ ਇਹ ਵਰਡਿੰਗ ਬਿਲਕੁਲ ਪਸੰਦ ਨਹੀਂ ਹੈ ਕਿ ਮੈਡਮ ਮੈਨੂੰ ਆਂਦਾ ਨਹੀਂ ਸੀ, ਠੀਕ ਹੈ।
ਚਲੋ ਵੀ ਕਹਿੰਦੇ ਕਿ ਲੈਜਿਸਲੇਚਰਸ, ਕਹਿੰਦੇ ਲੈਜਿਸਲੇਚਰ ਦਾ ਮਤਲਬ ਹੈਗਾ ਵਿਧਾਨ ਮੰਡਲ। ਕਹਿੰਦੇ ਵਿਧਾਨ ਮੰਡਲ ਕੀ ਹੈਗਾ? ਵਿਧਾਨ ਮੰਡਲ ਦਾ ਮਤਲਬ ਹੈ, ਅਸੀਂ ਬੋਲਦੇ ਨਾ ਗਵਰਨਮੈਂਟ ਦੇ 3 ਪਾਰਟਸ ਹੈਗੇ ਨੇ, ਕਿਹੜੇ ਕਿਹੜੇ ਨੇ? ਲੈਜਿਸਲੇਚਰ, ਐਗਜ਼ੀਕਿਊਟਿਵ, ਜੁਡੀਸ਼ਰੀ ਸਿਸਟਮ। ਲੈਜਿਸਲੇਚਰ ਦਾ ਕੰਮ ਹੁੰਦਾ ਹੈਗਾ ਵਾ ਕਿ ਰੂਲ ਨੂੰ ਬਣਾਉਣਾ, ਮੇਕਿੰਗ ਦਾ ਲਾਅ, ਠੀਕ ਹੈ। ਉਸ ਤੋਂ ਬਾਅਦ ਐਗਜ਼ੀਕਿਊਟਿਵ ਦਾ ਮਤਲਬ ਕੀ ਹੁੰਦਾ ਵਾ ਕਿ ਇੰਪਲੀਮੈਂਟ ਕਰ ਦੇਣਾ ਲਾਅ ਨੂੰ। ਜੁਡੀਸ਼ਰੀ ਸਿਸਟਮ ਦਾ ਮਤਲਬ ਕੀ ਹੁੰਦਾ ਹੈ ਕਿ ਇੱਕ ਨੇ ਲਾਅ ਬਣਾ ਦਿੱਤਾ, ਦੂਸਰੇ ਨੇ ਇੰਪਲੀਮੈਂਟ ਕਰ ਦਿੱਤਾ। ਜੁਡੀਸ਼ਰੀ ਸਿਸਟਮ ਨੇ ਦੇਖਣਾ ਹੈ ਕਿ ਬਣਾਇਆ ਗਿਆ ਲਾਅ ਕॉन्स्टिट्यूशन ਦੇ ਅਕॉर्डिंग ਹੈ और नहीं है तो रद्द कर दिता जाएगा, खत्म कर दिता जाएगा, है ना। चलो ਕਹਿੰਦੇ ਲੈਜਿਸਲੇਚਰ ਕੀ ਹੈ? ਕਹਿੰਦੇ ਲੈਜਿਸਲੇਚਰ ਦਾ ਤਾਂ ਕੰਮ ਹੀ ਕੀ ਹੈਗਾ ਵਾ, ਇੱਕ ਜਿਹੜੇ ਹੈਗੇ ਆ ਰਾਈਟਰ ਹੈਗੇ ਆ ਸਰ ਹੈਨਰੀ ਮੈਨ, ਐਂਡ ਅਕੋਰਡਿੰਗ ਟੂ ਦਾ ਸਰ ਹੈਨਰੀ ਮੈਨ, ਲੈਜਿਸਲੇਚਰ ਇਨ ਅ ਹੈਲਥੀ ਸੋਸਾਇਟੀ ਇਜ਼ ਦ ਮੇਨ ਸੋਰਸ ਆਫ ਦ ਲਾ। ਕਹਿੰਦੇ ਕਿ ਸਵਸਥ ਸਮਾਜ ਦੇ ਵਿੱਚ ਵਿਧਾਨ ਮੰਡਲ ਹੀ ਕਾਨੂੰਨ ਦਾ ਮੁੱਖ ਸੋਮਾ ਹੈ। ਮਤਲਬ ਅਗਰ ਲਾ ਬੰਦਾ ਹੈਗਾ ਵਾ ਤੇ ਕਿਹਦੇ ਅਕੋਰਡਿੰਗ ਬੰਦਾ ਹੈਗਾ ਵਾ? ਲੈਜਿਸਲੇਚਰਸ, ਮਤਲਬ ਕਿ ਵਿਧਾਨ ਮੰਡਲ ਦੇ ਅਕੋਰਡਿੰਗ ਹੀ ਲਾ ਬੰਦਾ ਹੈਗਾ। ਕਹਿੰਦੇ ਪੁਰਾਣੇ ਕਿਸੇ ਕਾਨੂੰਨ ਦੇ ਵਿੱਚ ਸੋਧ ਕਰਨੀ ਹੈ, ਸੋਧ ਦਾ ਮਤਲਬ ਅਮੈਂਡਮੈਂਟ, ਅਮੈਂਡਮੈਂਟ ਦਾ ਮਤਲਬ ਚੇਂਜਿਸ, ਠੀਕ ਹੈ। ਪੁਰਾਣਾ ਕੋਈ ਲਾਅ ਹੈ ਉਹਦੇ ਵਿੱਚ ਚੇਂਜਿਸ ਕਰਨੀਆਂ ਨੇ, ਨਵਾਂ ਕੋਈ ਲਾਅ ਬਣਾਉਣਾ ਹੈਗਾ ਵਾ ਤੇ ਸਾਰਾ ਵਿਧਾਨ ਮੰਡਲ ਹੀ ਬਣਾਏਗਾ, ਮਤਲਬ ਲੈਜਿਸਲੇਚਰ ਹੀ ਬਣਾਏਗਾ। ਕਹਿੰਦੇ ਲੈਜਿਸਲੇਚਰ ਜਿਹੜਾ ਹੈਗਾ ਵਾ ਉਹ ਆਪ ਕਾਨੂੰਨ ਨਹੀਂ ਬਣਾਉਂਦਾ, ਉਹ ਦੇਖਦਾ ਹੈਗਾ ਵਾ ਕਿ ਮੇਰਾ ਕਾਨੂੰਨ ਕਨਵੈਨਸ਼ਨਸ ਦੇ ਅਕੋਰਡਿੰਗ, ਯਾਨੀ ਕਿ ਰੀਤੀ ਰਿਵਾਜਾਂ ਦੇ ਅਕੋਰਡਿੰਗ ਹੋਣਾ ਚਾਹੀਦਾ ਵਾ, ਰੈਫਰੈਂਡਮ ਲੋਕ ਮਤ ਦੇ ਅਕੋਰਡਿੰਗ ਹੋਣਾ ਚਾਹੀਦਾ ਵਾ। ਕਹਿੰਦੇ ਕਿਉਂਕਿ ਜੇ ਉਹ ਮਤਲਬ ਕਾਨੂੰਨ ਜਨਮਤ ਦੇ ਅਕੋਰਡਿੰਗ, ਯਾਨੀ ਕਿ ਰੈਫਰੈਂਡਮ ਦੇ ਅਕੋਰਡਿੰਗ ਨਾ ਬਣਾਵੇ, ਕਨਵੈਨਸ਼ਨਸ ਦੇ ਅਕੋਰਡਿੰਗ ਨਾ ਬਣਾਵੇ ਜਾਂ ਰਿਲੀਜੀਅਸ ਦੇ ਅਕੋਰਡਿੰਗ ਨਾ ਬਣਾਵੇ ਤੇ ਉਹਦਾ ਬਣਾਇਆ ਗਿਆ ਰੂਲ ਤਾਂ ਕੋਈ ਮੰਨੇਗਾ ਹੀ ਨਹੀਂ। ਮੈਂ ਸਿੱਖੀਜ਼ਮ ਦੇ ਨਾਲ ਜਿੱਦਾਂ ਬਿਲੋਂਗ ਕਰਦੀ ਆ, ਹੁਣ ਮੇਰੇ ਸਿੱਖੀਜ਼ਮ ਦੇ ਅਗੇਂਸਟ ਕੋਈ ਲਾ ਬਣਾ ਦੇਵੇ, ਮੈਂ ਕਿਉਂ ਮੰਨਾਂ ਉਸ ਲਾ ਨੂੰ? ਠੀਕ ਹੈ। ਸੋ ਲਾ ਅਗਰ ਬੰਦੇ ਆ ਨਾ, ਮੈਂ ਬੋਲ ਦਿੱਤਾ ਠੀਕ ਹੈ ਕਿ ਲੈਜਿਸਲੇਚਰ ਜੀ ਲਾ ਬਣਾਉਂਦਾ ਵਾ, ਠੀਕ ਹੈ, ਉਹ ਲਾ ਬਣਾਉਂਦਾ ਵਾ, ਲੇਕਿਨ ਉਹ ਮੇਰੇ ਕਿਸੇ ਵੀ ਰੀਤੀ ਰਿਵਾਜ, ਮੇਰੇ ਧਰਮ, ਮੇਰੇ ਰੈਫਰੈਂਡਮ ਮਤਲਬ ਕਿ ਲੋਕ ਮਤ ਦੇ ਅਕੋਰਡਿੰਗ ਹੀ ਲਾ ਬਣਾਏਗਾ, ਉਸ ਦੇ ਅਗੇਂਸਟ ਲਾ ਉਹ ਵੀ ਨਹੀਂ ਬਣਾ ਸਕਦਾ, ਠੀਕ ਹੈ। ਜਿੱਦਾਂ ਮੈਂ ਬੋਲਦੀ ਆ ਕਿ ਮੈਨੂੰ ਬੋਲਣ ਦਾ ਅਧਿਕਾਰ ਹੈ ਤੇ ਮੈਂ ਹੁਣ ਕੁਝ ਵੀ ਨਹੀਂ ਬੋਲ ਸਕਦੀ, ਵੀ ਮੈਨੂੰ ਬੋਲਣ ਦਾ ਅਧਿਕਾਰ ਹੈ, ਮੈਂ ਝੂਠ ਵੀ ਬੋਲਣਾ ਸਟਾਰਟ ਕਰਦਾ, ਮੈਂ ਫਾਲਤੂ ਵੀ ਬੋਲਣਾ ਸਟਾਰਟ ਕਰਦਾ, ਠੀਕ ਹੈ, ਮੈਂ ਗਾਲੀ ਗਲੋਚ ਵੀ ਕਰਨਾ ਸਟਾਰਟ ਕਰਦਾ। ਮੈਨੂੰ ਬੋਲਣ ਦਾ ਅਧਿਕਾਰ ਇੱਕ ਲਿਮਟ ਤੱਕ ਹੈ। ਆਪਾਂ ਬੋਲਦੇ ਨਾ ਫਰੀडम ਆਫ ਸਪੀਚ ਐਂਡ ਥਾਟਸ, ਐਕਸਪ੍ਰੈਸ਼ਨਸ, ਵਟਐਵਰ। ਤੋ ਕੀ ਹੈਗਾ ਇਹ ਸਾਰੀਆਂ ਚੀਜ਼ਾਂ? ਇਹ ਸਾਰੀਆਂ ਚੀਜ਼ਾਂ ਹੈਗੀਆਂ ਨੇ ਬਟ ਲਿਮਿਟਡ। ਮੈਂ ਕਿਤੇ ਐਕਸੈਸ ਚ ਨਹੀਂ ਸਾਰੀਆਂ ਚੀਜ਼ਾਂ ਕਰ ਸਕਦੀ, ਠੀਕ ਹੈ ਨਾ। ਉਸ ਤੋਂ ਬਾਅਦ ਹੈ ਐਗਜ਼ੀਕਿਊਟਿਵ। ਐਗਜ਼ੀਕਿਊਟਿਵ ਦਾ ਮਤਲਬ ਹੈਗਾ ਕਹਿੰਦੇ ਮੰਨ ਲਓ, ਠੀਕ ਹੈ ਨਾ, ਸਪੋਜ਼ ਕਰ ਲਓ। ਕਹਿੰਦੇ ਕਿ ਜਿਹੜੀ ਸਾਡੀ ਲੈਜਿਸਲੇਚਰ ਹੈਗੀ ਆ ਡਿਸੋਲਵ ਹੋ ਗਈ ਆ। ਹੁਣ ਇੱਥੇ ਡਿਸੋਲਵ ਦਾ ਮਤਲਬ ਹੁੰਦਾ ਭੰਗ ਹੋ ਜਾਣਾ, ਭੰਗ ਹੋ ਜਾਣਾ ਮਤਲਬ ਖਤਮ ਹੋ ਜਾਣਾ। ਹੁਣ ਜਿੰਨੇ ਲਾ ਬਣਾਣਾ ਵਾ, ਲੈਜਿਸਲੇਚਰ ਨੇ ਲਾ ਬਣਾਣਾ ਹੈ ਨਾ, ਉਹ ਤਾਂ ਭੰਗ ਹੋ ਗਈ, ਡਿਸੋਲਵ ਹੋ ਗਈ। ਹੁਣ ਕਾਨੂੰਨ ਕੌਣ ਬਣਾਏਗਾ? ਯਾਦ ਰੱਖਣਾ ਦੂਜੇ ਨੰਬਰ ਦੇ ਉੱਤੇ ਕਾਨੂੰਨ ਜਿਹੜਾ ਹੈਗਾ, ਲਾ ਜਿਹੜਾ ਹੈਗਾ ਵਾ ਐਗਜ਼ੀਕਿਊਟਿਵ ਬਣਾਏਗਾ, ਠੀਕ ਹੈ। ਐਗਜ਼ੀਕਿਊਟਿਵ ਕਹਿੰਦੇ ਲਾ ਬਣਾਏਗਾ, ਬਟ ਉਹ ਲਾ ਕਿਹੜੇ ਅਕੋਰਡਿੰਗ ਬਣਾਏਗਾ? ਆਰਡੀਨੈਂਸ, ਅਧਿਆਦੇਸ਼ ਦੇ ਅਕੋਰਡਿੰਗ ਬਣਾਏਗਾ। ਅੱਛਾ, ਕਿਸੇ ਨੂੰ ਪਤਾ ਹੈਗਾ ਆਰਡੀਨੈਂਸ ਹੈ ਕੀ, ਅਧਿਆਦੇਸ਼ ਹੈ ਕੀ? ਚਲੋ ਮੈਂ ਹੀ ਦੱਸ ਦਿੰਨੀ ਆ। ਅਧਿਆਦੇਸ਼ ਦਾ ਮਤਲਬ ਹੁੰਦਾ ਵਾ ਅੱਧ ਵਿੱਚ ਦਿੱਤਾ ਗਿਆ ਆਦੇਸ਼, ਮਤਲਬ ਜਦੋਂ ਪਾਰਲੀਮੈਂਟ ਨਹੀਂ ਚੱਲ ਰਹੀ। ਰਾਈਟ ਡਾਊਨ ਕਰ ਲਓ ਇਸ ਨੂੰ, ਦੁਬਾਰਾ ਨਹੀਂ ਦੱਸਿਆ ਜਾਏਗਾ। ਸਮ ਟਾਈਮ ਕੁਝ ਚੀਜ਼ਾਂ ਨੂੰ ਇਦਾਂ ਹੀ ਯਾਦ ਕਰਨਾ ਪੈਂਦਾ ਹੈ ਕਿ ਇੱਕ ਵਾਰ ਕਿਸ ਨੇ ਬੋਲਤਾ ਦੈਨ ਤੁਹਾਨੂੰ ਸਮਝ ਆਣੀ ਚਾਹੀਦੀ ਹੈ ਉਹ ਚੀਜ਼, ਠੀਕ ਹੈ। ਸ਼ਾਰਟ ਆਂਸਰ ਟਾਈਪ ਕੁਐਸਚਨ ਦੇ ਵਿੱਚ ਅਕਸਰ ਆ ਜਾਂਦਾ ਹੁੰਦਾ ਹੈ ਕਿ ਆਰਡੀਨੈਂਸ ਕੀ ਹੈ, ਅਧਿਆਦੇਸ਼ ਕੀ ਹੈ। ਅਧਿਆਦੇਸ਼ ਮਤਲਬ ਅੱਧ ਵਿੱਚ ਦਿੱਤਾ ਗਿਆ ਆਦੇਸ਼, ਮਤਲਬ ਪਾਰਲੀਮੈਂਟ ਚੱਲ ਨਹੀਂ ਰਹੀ, ਤੁਹਾਨੂੰ ਕਿਸੇ ਨਵੇਂ ਲਾ ਦੀ ਜ਼ਰੂਰਤ ਹੈ। ਹੁਣ ਪਾਰਲੀਮੈਂਟ ਵਿੱਚ ਕੌਣ ਹੋਏਗਾ? ਲੈਜਿਸਲੇਚਰ ਦੇ ਮੈਂਬਰ ਹੀ ਹੋਣਗੇ। ਹੁਣ ਪਾਰਲੀਮੈਂਟ ਚੱਲ ਨਹੀਂ ਰਹੀ, ਤੁਹਾਨੂੰ ਕਿਸੇ ਲਾ ਦੀ ਜ਼ਰੂਰਤ ਮਹਿਸੂਸ ਹੋ ਰਹੀ ਹੈ। ਹੁਣ ਤੁਸੀਂ ਕੋਈ ਲਾ ਬਣਾਉਣਾ ਹੈਗਾ ਤੇ ਅਸੀਂ ਆਰਡੀਨੈਂਸ ਦੇ ਅਕੋਰਡਿੰਗ ਬਣਾ ਸਕਦੇ ਹਾਂ। ਆਰਡੀਨੈਂਸ ਮਤਲਬ ਅਧਿਆਦੇਸ਼ ਦੇ ਅਕੋਰਡਿੰਗ ਬਣਾ ਸਕਦੇ ਹਾਂ, ਮਤਲਬ ਤੁਹਾਡੇ ਦੁਆਰਾ ਬਣਾਇਆ ਗਿਆ ਜਿਹੜਾ ਲਾਅ ਹੈਗਾ ਵਾ, ਇਹ ਜਿਹੜਾ ਹੈਗਾ ਵਾ 6 ਵੀਕ ਦੇ ਲਈ ਪ੍ਰੈਜ਼ੀਡੈਂਟ ਵੱਲੋਂ ਪਾਸ ਕਰ ਦਿੱਤਾ ਜਾਏਗਾ। ਜਿੱਦਾਂ ਹੀ ਨਵੀਂ ਪਾਰਲੀਮੈਂਟ ਬੈਠੇਗੀ, ਸਭ ਤੋਂ ਪਹਿਲਾਂ ਤੁਹਾਡਾ ਇਹੀ ਲਾ ਦੇ ਉੱਤੇ ਪਹਿਲਾਂ ਡਿਸਕਸ਼ਨਸ ਹੋਣਗੀਆਂ। ਜੇ ਤਾਂ ਪਾਰਲੀਮੈਂਟ ਨੇ ਇਹ ਲਾ ਪਾਸ ਕਰ ਦਿੱਤਾ, ਤੁਸੀਂ ਮੰਨ ਕੇ ਚੱਲੋ ਕਿ ਮਤਲਬ ਤੁਹਾਡਾ ਜਿਹੜਾ ਹੈਗਾ ਵਾ ਲਾ ਪਰਮਾਨੈਂਟਲੀ ਲਾਗੂ ਹੋ ਗਿਆ ਵਾ। ਹੁਣ ਇਹਦਾ ਇਹ ਮਤਲਬ ਪੂਰੇ ਟਾਈਮ ਟੂ ਟਾਈਮ ਚੱਲੇਗਾ, ਜਿੰਨੇ ਟਾਈਮ ਤੱਕ ਤੁਸੀਂ ਇਸ ਨੂੰ ਕਿਹਾ ਹੈਗਾ ਵਾ। ਜੇ ਪਾਰਲੀਮੈਂਟ ਬੈਠਦਿਆਂ ਸਾਰੀ ਤੁਹਾਨੂੰ ਇਹ ਚੀਜ਼ ਬੋਲ
ਬੋਲ ਦਿੱਤੀ ਆ ਕਿ ਇਹ ਲਾ ਨਹੀਂ ਚੱਲੇਗਾ, ਉੱਥੇ ਹੀ ਇਹ ਲਾ ਜਿਹੜਾ ਹੈਗਾ ਵਾ ਖਤਮ ਕਰ ਦਿੱਤਾ ਜਾਂਦਾ ਵਾ। ਮਤਲਬ ਐਗਜ਼ੀਕਿਊਟਿਵ ਵੀ ਲਾ ਬਣਾ ਸਕਦਾ ਵਾ ਕੁਝ ਟਾਈਮ ਦੇ ਲਈ, ਜਦੋਂ ਤੱਕ ਪਾਰਲੀਮੈਂਟ ਨਹੀਂ ਬੈਠਦੀ। ਉਹ ਇੱਕ ਆਰਡੀਨੈਂਸ ਮਤਲਬ ਕਿ ਇੱਕ ਅਧਿਆਦੇਸ਼ ਮਤਲਬ ਅੱਧ ਵਿੱਚ ਦਿੱਤੇ ਗਏ ਆਦੇਸ਼ ਦੇ ਅਕੋਰਡਿੰਗ ਉਹ ਲਾ ਬਣਾ ਸਕਦੀ ਹੈ। ਠੀਕ ਹੈ ਬੇਟਾ, ਸਮਝ ਲੈਣਾ ਅੱਛੇ ਢੰਗ ਨਾਲ इसमें। ਉਸ ਤੋਂ ਬਾਅਦ ਹੈਗਾ ਪਬਲਿਕ ਓਪੀਨੀਅਨ। ਪਬਲਿਕ ਓਪੀਨੀਅਨ ਦਾ ਮਤਲਬ ਹੈਗਾ ਵਾ ਕਿ ਲੋਕਾਂ ਦੀ ਮਤ। ਪਬਲਿਕ ਓਪੀਨੀਅਨ ਲੋਕਾਂ ਦੀ ਮਤ ਮਤਲਬ ਲੋਕਾਂ ਦੀ ਰਾਏ, ਮਤਲਬ ਲੋਕਾਂ ਦੇ ਅਕੋਰਡਿੰਗ ਸਿਸਟਮ ਵੀ ਚਲਾਇਆ ਜਾਂਦਾ ਵਾ। ਇਹਦੇ ਅਕੋਰਡਿੰਗ ਵੀ ਜਿਹੜੇ ਲਾ ਵਗੈਰਾ ਹੈਗੇ ਨੇ ਉਹ ਬਣਦੇ ਹੈਗੇ ਨੇ। ਠੀਕ ਹੈ ਬੇਟਾ, ਹੁਣ ਤੁਸੀਂ ਇਹ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈਗੀ ਆ। ਮੰਨ ਲਓ ਤੁਸੀਂ ਸਾਰੇ ਮੇਰੇ ਪਬਲਿਕ ਓਪੀਨੀਅਨ ਹੋ ਤੇ ਮੈਂ ਹੈਗੀ ਆ ਗਵਰਨਮੈਂਟ। ਠੀਕ ਹੈ, ਹੁਣ ਤੁਸੀਂ ਮੈਨੂੰ ਕਿਹਾ ਵਾ ਜੀ ਰੂਲ ਬਣਾ ਲਓ ਵੀ ਕੱਲ ਤੋਂ ਜਿਹੜੇ ਕਾਲਜ, ਜਿੱਦਾਂ ਮੰਨ ਲਓ ਸਿਚੁਏਸ਼ਨ ਬਹੁਤ ਸਹੀ ਹੈ, ਠੀਕ ਹੈਗੀ ਸਿਚੁਏਸ਼ਨ, ਕੋਈ ਬਿਮਾਰੀ ਵਗੈਰਾ ਕੁਝ ਨਹੀਂ ਹੈਗਾ, ਤੇ ਤੁਸੀਂ ਕਹਿ ਰਹੇ ਹੋ ਜੀ ਕੱਲ ਤੋਂ ਕਾਲਜ ਲਗਾ ਲਓ। ਤੁਸੀਂ ਸਭ ਕਹਿ ਰਹੇ ਹੋ ਤੇ ਮੈਂ ਜੀ ਪ੍ਰਧਾਨ ਹੈਗਾ, ਮੈਂ ਹੈਡ ਹੈਗਾ, ਮੈਂ ਬੋਲਦਾ ਕਿ ਮੈਂ ਨਹੀਂ ਲਗਾਣਾ ਕਾਲਜ। ਮੈਂ ਟਿਕ ਜਾਵਾਂਗਾ? ਨਹੀਂ ਟਿਕ ਸਕਦਾ। ਤੁਸੀਂ ਮੇਰੇ ਅਗੇਂਸਟ ਕਾਰਵਾਈ ਕਰ ਦੇਣੀ ਹੈ। ਨੈਕਸਟ ਟਾਈਮ ਇਲੈਕਸ਼ਨ ਹੋਏ ਤੁਸੀਂ ਮੈਨੂੰ ਜਿਤਾਣਾ ਨਹੀਂ ਹੈ। ਇਹਦਾ ਮਤਲਬ ਕਿ ਮੈਂ ਏਦਾਂ ਦਾ ਕੋਈ ਰੂਲ ਨਹੀਂ ਬਣਾ ਸਕਦੀ ਜਿਹੜੇ ਮੇਰੇ ਜਨਤਾ ਨੂੰ ਪਸੰਦ ਨਾ ਹੋਵੇ। ਠੀਕ ਹੈ, ਤੁਸੀਂ ਸਾਰੀ ਇਸ ਟਾਈਮ ਮੇਰੀ ਜਨਤਾ ਹੈਗੀ ਆ, ਤੇ ਜੇ ਤੁਸੀਂ ਕਹਿ ਦੋ ਕਿ ਨਹੀਂ ਜੀ ਮੈਂ ਤਾਂ ਅੱਜ ਲੈਕਚਰ ਨਹੀਂ ਲਗਾਣਾ, ਤਾਂ ਮੈਂ ਇਕੱਲੀ ਕੀ ਕਰ ਲੂੰਗੀ? ਮੈਂ ਕੁਝ ਨਹੀਂ ਕਰ ਸਕਦੀ। ਠੀਕ ਹੈ, ਮੈਂ ਕਦੋਂ ਕੁਝ ਕਰ ਸਕਦੀ ਹਾਂ? ਜਦੋਂ ਤੱਕ ਤੁਸੀਂ ਮੈਨੂੰ ਸਪੋਰਟ ਦੇ ਰਹੇ ਹੋ ਮੈਂ ਕੁਝ ਕਰ ਸਕਦੀ ਹਾਂ, ਉਸ ਤੋਂ ਇਲਾਵਾ ਮੈਂ ਕੁਝ ਨਹੀਂ ਕਰ ਸਕਦੀ। ਜਿੱਦਾਂ ਆਪਣਾ ਟੌਪਿਕ ਹੈਗਾ ਪਬਲਿਕ ਓਪੀਨੀਅਨ, ਲੋਕਾਂ ਦੀ ਰਾਏ, ਲੋਕਾਂ ਦੀ ਮਤ, ਮਤਲਬ ਡਿਸੀਜਨ ਜਿਹੜਾ ਗਵਰਨਮੈਂਟ ਹੈਗੀ ਆ ਉਹ ਅੱਛੇ ਤਰੀਕੇ ਨਾਲ ਉਦੋਂ ਲੈ ਸਕਦੀ ਹੈਗੀ ਆ ਜਦੋਂ ਪਬਲਿਕ ਦੀ ਸਪੋਰਟ ਉਹਨੂੰ ਹੈਗੀ ਹੈ। ਠੀਕ ਹੈ, ਹੁਣ ਦੇਖੋ ਰੀਤੀ ਰਿਵਾਜ ਜਿਹੜੇ ਹੈਗੇ ਲੋਕ ਮਤ ਦੇ ਅਕੋਰਡਿੰਗ ਇਹਨਾਂ ਨੇ ਜਨਮ ਲਿਆ ਹੋਇਆ ਵਾ। ਹੁਣ ਕਸਟਮ ਜਿਹੜੇ ਹੈਗੇ ਕਿੰਨੇ ਬਣਾਏ? ਲੋਕਾਂ ਨੇ ਬਣਾਇਆ ਨਾ, ਮਤਲਬ ਇਹ ਲੋਕਾਂ ਦੀ ਮਤ ਆ, ਲੋਕਾਂ ਦੀ ਰਾਏ ਆ। ਹੁਣ ਲੋਕਾਂ ਦੀ ਮਤ ਤੇ ਲੋਕਾਂ ਦੀ ਰਾਏ ਦੇ ਅਗੇਂਸਟ ਮੈਂ ਲਾਅ ਬਣਾ ਸਕਦੀ ਹਾਂ? ਨਹੀਂ ਬਣਾ ਸਕਦੀ ਮੈਂ ਕੋਈ ਲਾਅ ਇਦਾਂ ਦਾ। ਹੁਣ ਜਦੋਂ ਤੁਹਾਡਾ ਕੋਈ ਰੀਤੀ ਰਿਵਾਜ ਹੈ ਮੈਂ ਉਹਦੇ ਅਕੋਰਡਿੰਗ ਲਾਅ ਬਣਾ ਸਕਦੀ ਹਾਂ, ਉਹਦੇ ਅਗੇਂਸਟ ਲਾਅ ਨਹੀਂ ਮੈਂ ਕਦੇ ਬਣਾ ਸਕਦੀ। ਠੀਕ ਹੈ, ਇਵਨ ਕਿ ਸਾਡਾ ਸਵਿਟਜ਼ਰਲੈਂਡ, ਯਾਦ ਰੱਖਣਾ ਸਵਿਟਜ਼ਰਲੈਂਡ ਜਿਹੜਾ ਦੇਸ਼ ਹੈਗਾ ਉਹ ਤਾਂ ਕੋਈ ਲਾਅ ਬਣਾਉਂਦਾ ਹੀ ਰੈਫਰੈਂਡਮ ਦੇ ਅਕੋਰਡਿੰਗ ਹੈ। ਮਤਲਬ ਕੋਈ ਲਾਅ ਬਣਾਣਾ ਵਾ ਉਹਨੇ ਸਾਰੀ ਜਨਤਾ ਦੀ ਰਾਏ ਪੁੱਛਣੀ ਆ ਵੀ ਮੈਂ ਆਹ ਲਾਅ ਬਣਾ ਰਿਹਾ ਹੈਗਾ ਵਾ, ਤੁਹਾਡੇ ਅਕੋਰਡਿੰਗ ਕੀ ਇਹ ਸਹੀ ਹੈਗਾ ਕਿ ਗਲਤ ਹੈਗਾ। ਠੀਕ ਹੈ, ਮੈਂ ਤੁਹਾਨੂੰ ਦੱਸਦੀ ਹਾਂ ਕੇਜਰੀਵਾਲ ਨੂੰ ਅਗਰ ਤੁਸੀਂ ਜਾਣਦੇ ਹੋਵੋਗੇ, ਦਿੱਲੀ ਦੇ ਵਿੱਚ ਮਤਲਬ ਇਲੈਕਸ਼ਨਸ ਹੋ ਰਹੀਆਂ ਸੀਗੀਆਂ, ਕੁਝ ਮਿਸਅੰਡਰਸਟੈਂਡਿੰਗ ਜੀ ਹੋ ਗਈ ਸੀਗੀ ਕਿ ਉਹ ਮਤਲਬ ਪਰਸਨ ਜਿਹੜਾ ਸੀਗਾ ਇਲੈਕਸ਼ਨਸ ਲੜਨੀਆਂ ਚਾਹੁੰਦਾ ਸੀਗਾ, ਬਟ ਉਸਨੂੰ ਲੱਗਾ ਸੀਗਾ ਜਿਵੇਂ ਨਾ ਉਹਨੂੰ ਮਤਲਬ ਉਹ ਨਹੀਂ ਮਿਲ ਪਾਣੀ, ਸਪੋਰਟ ਨਹੀਂ ਮਿਲ ਪਾਣੀ, ਤੇ ਉਹਨੇ ਕਿਹਾ ਸੀਗਾ ਕਿ ਕਿਹੜਾ ਪਰਸਨ ਏਦਾਂ ਦਾ ਹੈਗਾ ਵਾ ਜਿਹੜਾ ਚਾਹੁੰਦਾ ਵਾ ਕਿ ਮੈਂ ਇਲੈਕਸ਼ਨ ਲੜਾਂ। ਕਹਿੰਦੇ ਆ ਮੇਰਾ ਨੰਬਰ ਹੈਗਾ, ਤੁਸੀਂ ਇੱਥੇ ਮਿਸਡ ਕਾਲ ਦਿਓ, ਮਤਲਬ ਮੈਸੇਜ ਕਰੋ, ਬੰਦੀ ਮਿਸਡ ਕਾਲ ਦੋ ਕਿ ਹਾਂ ਮੈਂ ਇਲੈਕਸ਼ਨ ਲੜਾਂ ਕਿ ਮੈਂ ਇਲੈਕਸ਼ਨ ਨਾ ਲੜਾਂ। ਸੋਚੋ ਸਾਡੇ ਦੇਸ਼ ਵਿੱਚ ਕਿਸੇ ਏਦਾਂ ਦੇ ਲੀਡਰ ਨੇ ਆਉਣ ਦੀ ਕੋਸ਼ਿਸ਼ ਕੀਤੀ ਜਿਹੜਾ ਰੈਫਰੈਂਡਮ ਦੇ ਅਕੋਰਡਿੰਗ, ਰੈਫਰੈਂਡਮ ਮਤਲਬ ਲੋਕ ਮਤ ਦੇ ਅਕੋਰਡਿੰਗ ਸਿਸਟਮ ਚਲਾਉਣਾ ਚਾਹੁੰਦਾ ਹੈ, ਬਟ ਸਾਡੇ ਦੇਸ਼ ਦੀ ਜਨਤਾ ਕਹਿੰਦੀ ਲੈ ਆਹ ਕਿਹੜਾ ਇਹਨੇ ਪੁੱਠਾ ਜਿਹਾ ਕੰਮ ਸਟਾਰਟ ਕਰਤਾ ਵੀ ਅਸੀਂ ਪਹਿਲਾਂ ਮਿਸਡ ਕਾਲ ਦਈਏ, ਅਸੀਂ ਪਹਿਲਾਂ ਮੈਸੇਜ ਕਰੀਏ, ਫਿਰ ਇਹ ਸਾਡੇ ਅਕੋਰਡਿੰਗ ਸਿਸਟਮ ਚਲਾਏਗਾ। ਅਰੇ ਸਮਝਣਾ ਚਾਹੀਦਾ ਵਾ ਕਿ ਕੋਈ ਏਦਾਂ ਦਾ ਪਰਸਨ ਆ ਰਿਹਾ ਵਾ ਜਿਹੜਾ ਸਾਡੇ ਅਕੋਰਡਿੰਗ ਸਿਸਟਮ ਚਲਾਉਣ ਨੂੰ ਕਹਿੰਦਾ ਅਸੀਂ ਹੁਣ ਮਰ ਜਾਈਏ। ਠੀਕ ਹੈ, ਮਤਲਬ ਫੋਰ ਐਗਜ਼ਾਮਪਲ ਹੁਣ ਜਿੱਦਾਂ ਮਿਡਲ ਕਲਾਸ ਫੈਮਿਲੀ ਨੂੰ ਕੋਈ ਚੀਜ਼ਾਂ ਨਹੀਂ ਮਿਲ ਰਹੀਆਂ ਹੈਗੀਆਂ, ਲੋਕਡਾਊਨ ਚੱਲ ਰਿਹਾ, ਹਾਲਤ ਮੰਦੇ ਚੱਲ ਰਹੇ ਸੀਗੇ, ਮਿਡਲ ਕਲਾਸ ਫੈਮਿਲੀ ਨੂੰ ਕੁਝ ਨਹੀਂ ਸੀ ਮਿਲ ਰਿਹਾ ਹੈਗਾ। ਠੀਕ ਹੈ, ਅਸੀਂ ਆਪਣੇ ਅਕੋਰਡਿੰਗ ਸਿਸਟਮ ਅਗਰ ਚਲਾਉਣਾ ਹੋਵੇ ਨਾ, ਅਸੀਂ ਉਹਨੂੰ ਕਹੀਏ ਜਾ ਕੇ ਕਿ ਨਹੀਂ ਵੀ ਮਿਡਲ ਕਲਾਸ ਫੈਮਿਲੀ ਨੂੰ ਵੀ ਇਹ ਚੀਜ਼ਾਂ ਦੋ। ਮਤਲਬ ਅਸੀਂ ਰੈਫਰੈਂਡਮ ਚਾਹੁੰਦੇ ਆ ਕਿ ਲੋਕਾਂ ਦੀ ਰਾਏ, ਲੋਕਾਂ ਦੀ ਮਤ ਦੇ ਅਕੋਰਡਿੰਗ ਸਿਸਟਮ ਚੱਲੇ। ਤੇ ਜੇ ਇਦਾਂ ਦਾ ਕੋਈ ਪਰਸਨ ਆਇਆ ਤੇ ਅਸੀਂ ਤਾਂ ਮਤਲਬ ਕਹਿ ਲੋ ਕਿ ਖੂਬ ਉਹਦੀ ਤਾਰੀਫ ਕੀਤੀ, ਕਿ ਤਾਰੀਫ ਨਹੀਂ ਮੈਂ ਕਿਸਮ ਦੀ ਬੇਇੱਜ਼ਤੀ ਕਹਿ ਰਹੀ ਹਾਂ, ਮੇਰਾ ਮਤਲਬ ਹੈਗਾ ਵਾ ਕਿ ਅਸੀਂ ਕਹਿ ਰਹੇ ਹਾਂ ਕਿ ਲੈ ਏਦਾਂ ਦਾ ਪਰਸਨ ਆਇਆ ਵਾ, ਇਹਨੂੰ ਆਪ ਨੂੰ ਨਹੀਂ ਗਵਰਨਮੈਂਟ ਚਲਾਣੀ ਆਂਦੀ, ਇਹ ਆਪ ਨਹੀਂ ਸੋਚ ਸਕਦਾ ਹੈਗਾ ਕਿ ਮੈਨੂੰ ਗਵਰਨਮੈਂਟ ਚਲਾਣੀ ਚਾਹੀਦੀ ਹੈ ਕਿ ਨਹੀਂ ਚਲਾਣੀ ਚਾਹੀਦੀ ਹੈ, ਲੋਕਾਂ ਦੇ ਕੋਲੋਂ ਪੁੱਛ ਰਿਹਾ ਹੈ। ਅਰੇ ਮੂਰਖ ਇਨਸਾਨੋ, ਚੰਗੀ ਗੱਲ ਹੈ ਕਿ ਉਹ ਤੁਹਾਡੇ ਕੋਲ ਪੁੱਛ ਰਿਹਾ ਹੈਗਾ ਵਾ। ਕੋਈ ਏਦਾਂ ਦਾ ਲੀਡਰ ਤਾਂ ਆਇਆ ਹੀ ਨਹੀਂ ਜਿਹੜਾ ਤੁਹਾਨੂੰ ਬਣਾਉਣ ਤੋਂ ਪਹਿਲਾਂ ਪੁੱਛੇ ਵੀ ਹਾਂ ਮੈਂ ਬਣਾ ਲਵਾਂ ਕਿ ਨਹੀਂ ਬਣਾ ਲਵਾਂ। ਆ ਸਾਡੇ ਮੋਦੀ ਜੀ ਨੇ ਕਰੰਸੀ ਚੇਂਜ ਕਰਨ ਲੱਗਿਆ ਨਾ ਤੁਹਾਨੂੰ ਪੁੱਛਿਆ ਕਿ ਪੁੱਤ ਮੈਂ ਕਰੰਸੀ ਚੇਂਜ ਕਰ ਲਵਾਂ ਕਿ ਨਾ ਕਰ ਲਵਾਂ? ਜੇ ਕਦੇ ਪੁੱਛਦੇ ਤੇ ਅਸੀਂ ਕਹਿਣਾ ਸੀ ਵੀ ਨਾ ਹੀ ਕਰ, ਤੁਹਾਡਾ ਕਾਲਾ ਧਨ ਤਾਂ ਚਿੱਟਾ ਹੋ ਜਾਣਾ, ਸਾਡਾ ਤਾਂ ਜਿਹੜਾ ਚਿੱਟਾ ਮਾੜਾ ਮੋਟਾ ਹੈਗਾ ਉਹ ਵੀ ਚਲਿਆ ਜਾਣਾ। ਸੋ ਕੋਈ ਲੀਡਰ ਅਗਰ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕਰਦਾ ਹੈ ਨਾ, ਅਸੀਂ ਉਹਦੇ 'ਚ ਤਾਂ ਇਦਾਂ ਦੀਆਂ ਨੈਗੇਟਿਵਿਟੀ ਲੱਭਣ ਲੱਗ ਜਾਂਦੇ ਆ ਵੀ ਉਹਨੂੰ ਮਾਰ ਕੇ ਹੀ ਛੱਡਦੇ ਆ ਕਿ ਹਾਂ ਬਈ ਤੂੰ ਇਦਾਂ ਸਿਸਟਮ ਚਲਾ ਕਿੱਦਾਂ ਲਿਆ, ਪਹਿਲਾਂ ਤਾਂ ਚੱਲਿਆ ਨਹੀਂ।
ਅਸੀਂ ਇੰਨਾ ਪੜ੍ਹ ਲਿਖਣ ਤੋਂ ਬਾਅਦ ਵੀ ਨਾ ਰੂੜੀਵਾਦੀ ਇਨਸਾਨ ਆ, ਕੰਜ਼ਰਵੇਟਿਵ, ਵੀ ਪੁਰਾਣੇ ਸਮੇਂ ਦੇ ਅਕੋਰਡਿੰਗ ਹੀ ਚੱਲਣਾ, ਪੁਰਾਣੇ ਟਾਈਮ ਪੀਰੀਅਡ ਦੇ ਅਕੋਰਡਿੰਗ ਹੀ ਚੱਲਣਾ, ਨਵਾਂ ਕਿੱਦਾਂ ਬਣ ਗਿਆ ਓਏ। ਠੀਕ ਹੈ, ਚਲੋ ਸਵਿਟਜ਼ਰਲੈਂਡ ਦਾ ਇਦਾਂ ਦਾ ਇਲਾਕਾ ਵਾ ਜਿਹੜਾ ਰੈਫਰੈਂਡਮ ਦੇ ਅਕੋਰਡਿੰਗ ਸਿਸਟਮ ਚੱਲਦਾ, ਮਤਲਬ ਕੋਈ ਲਾ ਵੀ ਬਣਨਾ ਹੋਵੇ ਨਾ ਰੈਫਰੈਂਡਮ ਦੇ ਅਕੋਰਡਿੰਗ ਬਣਦਾ ਹੈਗਾ ਵਾ, ਲੋਕਾਂ ਦੀ ਮਤ, ਲੋਕਾਂ ਦੀ ਰਾਏ ਦੇ ਅਕੋਰਡਿੰਗ ਬਣਦਾ ਹੈ। ਇਸੇ ਤਰ੍ਹਾਂ ਤੁਹਾਡਾ ਜਿਹੜਾ ਅੱਜ ਦਾ ਟੌਪਿਕ ਹੈਗਾ ਜਿਹਨੂੰ ਬੋਲਿਆ ਜਾਂਦਾ ਕਿ ਸੋਰਸ ਆਫ ਦ ਲਾ, ਬੇਟਾ ਇੱਥੇ ਹੀ ਟੌਪਿਕ ਜਿਹੜਾ ਹੈਗਾ ਖਤਮ ਹੁੰਦਾ ਹੈ। ਹੁਣ ਤੁਹਾਡੇ ਕੋਲ ਕੁਐਸਚਨ ਪੁੱਟ ਕੀਤੇ ਜਾਣਗੇ, ਮੈਂ ਉਮੀਦ ਕਰਦੀ ਹਾਂ ਕਿ ਤੁਹਾਡੇ ਮੇਰੇ ਦੁਆਰਾ ਜਿਹੜੇ ਕੁਐਸਚਨ ਪੁੱਟ ਕੀਤੇ ਜਾਣਗੇ ਤੁਸੀਂ ਉਹਨਾਂ ਦਾ ਆਨਸਰ ਜ਼ਰੂਰ ਦੋਗੇ। ਠੀਕ ਹੈ, ਚਲੋ 1 by 1 ਆਨਸਰ ਦਿੰਦੇ ਰਹਿਣਾ। ਲਵਦੀਪ, ਹਾਂਜੀ ਲਵਦੀਪ, ਯਾਨੀ ਕਿ ਕਿਹੜੇ ਕਿਹੜੇ ਕਿੱਦਾਂ ਕਿੱਦਾਂ ਹੁੰਦੇ ਹੈਗੇ। ਹਾਂਜੀ ਬਿਲਕੁਲ, ਸੋਰਸ ਆਫ ਲਾ ਕਿਹੜੇ ਕਿਹੜੇ ਨੇ। ਨਹੀਂ ਨਹੀਂ ਨਹੀਂ, ਪੁਆਇੰਟ ਦੱਸ ਦੋ। ਹਾਂਜੀ ਹਾਂਜੀ बिल्कुल 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 ठीक है लवदीप, अपने माइंड क्रॉस लगा सकते। ਇੰਨਾ ਹੀ ਕਾਫੀ ਸੀ, ਬਹੁਤ ਅੱਛਾ ਆਨਸਰ ਸੀ। ਠੀਕ ਹੈ, 1 by 1 ਆਪਾਂ ਸਾਰਿਆਂ ਕੋਲ ਪੁੱਛਣਾ ਹੈ। ਚਲੋ ਵਿਸ਼ਵਜੀਤ, ਅੱਛਾ ਵਿਸ਼ਵਜੀਤ, ਇਦਾਂ ਦਾ ਕਿਹੜਾ ਏਰੀਆ, ਇਲਾਕਾ, ਕੰਟਰੀ ਹੈਗੀ ਆ ਜਿਹਦੇ ਵਿੱਚ ਸਾਨੂੰ ਦੱਸਿਆ ਜਾਏ, ਮਤਲਬ ਜਿਹਦੇ ਵਿੱਚ ਸਿਸਟਮ ਰੈਫਰੈਂਡਮ ਦੇ ਅਕੋਰਡਿੰਗ ਚਲਾਇਆ ਜਾਂਦਾ ਹੈ। ਕਿਹੜੀ ਕੰਟਰੀ ਆ, ਕੰਟਰੀ ਕਿਹੜੀ ਆ। ਮੈਂ ਹਜੇ ਹੁਣੀ ਬੋਲ ਕੇ ਹਟੀ ਆ। ਅਰੇ ਇਸ ਨੂੰ ਤਾਂ ਮੈਂ ਬੋਲਿਆ ਵੀ ਨਹੀਂ। ਅੱਛਾ ਕੋਈ ਦੱਸ ਸਕਦਾ ਹੈ ਕੋਈ ਹੋਰ। ਹਾਂਜੀ ਹਰਲੀਨ ਤੇ ਪਰਮ ਬੋਲ ਰਹੀ ਸਵਿਟਜ਼ਰਲੈਂਡ, ਸਹੀ ਹੈ ਬੇਟਾ ਦੋਹਾਂ ਦਾ। ਅੱਛਾ ਹੁਣ ਚਲੋ ਕੁਐਸਚਨ ਪਰਮ ਤੁਹਾਡੇ ਕੋਲ ਪੁੱਛ ਲਿਆ ਜਾਏਗਾ ਕਿ ਸੇਮ ਕੁਐਸਚਨ ਹੈਗਾ ਵਾ ਸੋਰਸ ਆਫ ਲਾ, ਲਾ ਕਿੱਦਾਂ ਕਿੱਦਾਂ ਬੰਦੇ ਹੈਗੇ ਆ, ਮਤਲਬ ਕਿਹਦੇ ਕਿਹਦੇ ਅਕੋਰਡਿੰਗ ਬਣਾਏ ਜਾਂਦੇ ਆ। ਹਾਂਜੀ 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 ਠੀਕ ਹੈ ਬੇਟਾ, ਓਕੇ ਤੁਸੀਂ ਆਪਣੇ ਮਾਈਕ ਦੇ ਉੱਤੇ ਕ੍ਰਾਸ ਲਗਾ ਸਕਦੇ ਹੋ। ਓਕੇ ਹਰਲੀਨ, ਹਰਲੀਨ ਤੁਹਾਡੇ ਲਈ ਕੁਐਸਚਨ ਹੈਗਾ ਬੇਟਾ, ਸੇਮ ਕੁਐਸਚਨ ਹੈਗਾ ਵਾ, ਕਿਹਦੇ ਕਿਹਦੇ ਅਕੋਰਡਿੰਗ ਜਿਹੜਾ ਹੈਗਾ ਲਾ ਬੰਦੇ ਹੈਗੇ ਆ। ਬਿਲਕੁਲ ਸਹੀ। ਹਾਂਜੀ ठीक है बेटा,